ਬਾਪੂ ਜੀ ਪਹਿਲੀ ਵਾਰ ਤੁਸੀਂ ਕਰਤਾਰਪੁਰ ਸਾਹਿਬ ਕਦੋਂ ਗਏ ਸੀ? 27 ਮਈ 1941 ਨੂੰ ਉੱਥੇ ਗਿਆ। ਕਿਲੋਮੀਟਰ ਤੁਹਾਡੇ ਪਿੰਡ ਤੋਂ ਕਿੰਨੇ ਕਿਲੋਮੀਟਰ ਸੀ ਕਰਤਾਰਪੁਰ ਸਾਹਿਬ? 38 ਮੀਲ। ਗੁਰਦੁਆਰੇ ਵਿੱਚ ਮੁਸਲਮਾਨ ਕਈ ਉਹ ਵੀ ਸੀਗੇ ਜਿਹੜੇ ਰੋਜ਼ ਆਣ ਕੇ ਮੱਥਾ ਟੇਕਦੇ ਸੀ, ਪਰ ਉਹ ਆਪਣੀ ਜਿਹੜੀ ਕਬਰ ਸੀਗੀ ਗੁਰੂ ਨਾਨਕ ਦੀ ਚਾਦਰ ਦੀ, ਉਹਦੇ ਤੇ ਚਾਦਰਾਂ ਵੀ ਚੜਾਉਂਦੇ ਸੀ। ਪਿਆਰ ਮੁਹੱਬਤ ਕਿਹੋ ਜਿਹਾ ਸੀ ਉਦੋਂ ਲੋਕਾਂ ਦੇ ਵਿੱਚ ਉਸ ਸਮੇਂ ਤੇ? ਮੇਰੀ ਜਮਾਤ ਵਿੱਚ ਖੁਸ਼ੀ ਮੁਹੰਮਦ ਸੀ ਮੇਰਾ ਜਮਾਤੀ। ਇੱਕ ਥਾਲੀ ਦੇ ਵਿੱਚ 2 ਕੌਲੀਆਂ ਰੱਖ ਕੇ ਤੇ ਰੋਟੀਆਂ ਇਕੱਠੀਆਂ ਰੱਖ ਕੇ ਮੈਂ ਖੁਸ਼ੀ ਮੁਹੰਮਦ ਨਾਲ ਖਾਂਦਾ ਰਿਹਾ। ਵਿੱਚ ਮਹਾਤਮਾ ਗਾਂਧੀ ਦਾ ਬਿਆਨ ਆਇਆ ਸੀ, ਸਿੱਖ ਤੋਂ ਬਹੁਤ ਜ਼ਾਲਮ ਹੈ, ਔਰ ਅਖਬਾਰਾਂ 'ਚ ਛਪਿਆ। 1947 ਦੀ ਵੰਡ ਨੇ ਪੰਜਾਬ ਨੂੰ ਵੱਡੇ ਜ਼ਖਮ ਦਿੱਤੇ ਨੇ। ਜਦੋਂ ਵੰਡ ਹੋਈ ਤਾਂ ਸਿੱਖਾਂ ਦੇ ਪਵਿੱਤਰ ਅਸਥਾਨ ਗੁਰਧਾਮ ਪਾਕਿਸਤਾਨ ਵਾਲੇ ਪਾਸੇ ਰਹਿ ਗਏ ਔਰ ਦਰਸ਼ਨ ਦਿਦਾਰਿਆਂ ਨੂੰ ਲੈ ਕੇ ਸੰਗਤਾਂ ਲੰਬੇ ਸਮੇਂ ਤੋਂ ਅਰਦਾਸਾਂ ਕਰਦੀਆਂ ਰਹੀਆਂ। ਇੱਕ ਅਰਦਾਸ ਪੂਰੀ ਹੋਈ 9 ਨਵੰਬਰ 2019 ਨੂੰ, ਜਦੋਂ ਕਰਤਾਰਪੁਰ ਸਾਹਿਬ ਜਾਣ ਲਈ ਲਾਂਘਾ ਖੁੱਲ ਗਿਆ। ਸੰਗਤਾਂ ਦੀਆਂ ਅਰਦਾਸਾਂ ਅਜੇ ਵੀ ਨੇ ਕਿ ਨਨਕਾਣਾ ਸਾਹਿਬ ਤੇ ਹੋਰ ਵੀ ਜੋ ਵਿਛੜੇ ਗੁਰਧਾਮ ਨੇ ਉਹਨਾਂ ਦੇ ਵੀ ਦਰਸ਼ਨ ਦਿਦਾਰਿਆਂ ਲਈ ਰਾਹ ਖੁੱਲ ਜਾਣ। ਅੱਜ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ 1947 ਦੀ ਵੰਡ ਤੋਂ ਪਹਿਲਾਂ ਕਰਤਾਰਪੁਰ ਸਾਹਿਬ ਦੇ ਸੇਵਾਦਾਰ ਰਹੇ, ਜੋ ਕਿ ਉੱਥੇ ਸਟੋਰ ਕੀਪਰ ਤੇ ਕਲਰਕ ਰਹੇ, ਹਰਬੰਸ ਸਿੰਘ ਘੁੰਮਣ ਹੋਣਾ ਦੇ ਨਾਲ। 98 ਸਾਲ ਦੀ ਇਹਨਾਂ ਦੀ ਉਮਰ ਹੈ ਔਰ ਸਾਂਝੇ ਪੰਜਾਬ ਦੇ ਉਹ ਸ਼ਖਸ ਨੇ ਇਕਲੌਤੇ ਜਿਨ੍ਹਾਂ ਨੇ ਪੂਰੇ ਇਸ ਘਟਨਾਕ੍ਰਮ ਨੂੰ ਬੜੇ ਨਜ਼ਦੀਕੀ ਨਾਲ ਦੇਖਿਆ, ਕਿਉਂਕਿ 1941 ਦੇ ਸਮੇਂ ਇਹ ਉੱਥੇ ਕਰਤਾਰਪੁਰ ਸਾਹਿਬ ਗਏ ਸੀ, ਨੌਕਰੀ ਕੀਤੀ ਇਹਨਾਂ ਨੇ, ਔਰ ਉਸ ਤੋਂ ਬਾਅਦ 1947 ਦੀ ਜਦੋਂ ਵੰਡ ਹੋਈ ਹੈ ਉਸ ਪੂਰੇ ਸਿਸਟਮ ਨੂੰ ਵੀ ਇਹਨਾਂ ਨੇ ਦੇਖਿਆ। ਅੱਜ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਹਾਲਾਂਕਿ ਸੁਣਦਾ ਉੱਚਾ, ਹਾਰਟ ਦੀ ਸਰਜਰੀ ਹੋਈ ਹੈ, ਪੀਸਮੇਕਰ ਪਿਆ, ਔਰ तमाम चीज़ां इन्हां तो जानने की कोशिश करांगे कि आखिर वो घटनाक्रम की होया सी, किस तरीके दे नाल उत्थों दा माहौल किस तरह दा सी, किस तरीके दे नाल वो सारियां चीज़ां होईयां सी ते किस तरीके दे नाल ये उत्थे जिम्मेदारी निभाउंदे रहे ने। बापू जी पहली बार तुसीं करतारपुर साहब कदों गए सी? 27 मई 1941 ਨੂੰ ਉੱਥੇ ਗਿਆ ਤੇ ਮੈਂ 2 ਅਪ੍ਰੈਲ 1945 ਨੂੰ ਆਇਆ। ਤੁਹਾਡੇ ਪਿੰਡ ਤੋਂ ਕਿੰਨੇ ਕਿਲੋਮੀਟਰ ਸੀ ਕਰਤਾਰਪੁਰ ਸਾਹਿਬ? 38 ਮੀਲ। ਕਲਾਨੌਰ ਤੋਂ ਹੈਗੇ 18 ਕਿਲੋਮੀਟਰ ਤੇ ਅਗਲੇ ਬੰਨੇ ਜਿਹੜਾ ਸੀਗਾ ਉਹਨੂੰ ਕੋਈ 10 ਮੀਲ ਆਖ ਦਿੰਦਾ ਸੀ ਤੇ ਕੋਈ 8 ਮੀਲ ਆਖ ਦਿੰਦਾ ਸੀ। ਕੰਮ ਕੀ ਕਰਦੇ ਸੀ ਉੱਥੇ ਫਿਰ ਤੁਸੀਂ? ਕੰਮ ਉਹਦੇ ਵਿੱਚ ਜੀ ਗੁਰਦੁਆਰੇ ਤੇ ਬਤੌਰ ਸਟੋਰ ਕੀਪਰ ਦੇ ਜਿਹੜਾ ਸਮਾਨ ਆਉਣਾ ਰਜਿਸਟਰਾਂ ਤੇ ਲਿਖਣਾ, ਜਿਹੜਾ ਜਾਣਾ ਹੈ ਉਹ ਲਿਖਣਾ, बैलेंस कट के रखनी है, और चैकिंग जी बड़ी सस्ते है। माड़ा मोटा बंदा जो फस जाता। उदों हालात किहो जे सी गुरुद्वारा साहब दे? गुरुद्वारा साहब उस वेले आ जेड़ा गुंबद हुण सन दूरों वेखने जी जी, इहदे उत्ते सोना भी चढ़िया, इहदे नाल कमरे भी बने, इहदे नाल हाल भी बने। ये उन्हां 2 सालां दे विच मेरे हथी बने। करतारपुर साहब गुरुद्वारे दे उपर गुंबद बने जेड़े, सोना लग्या जेड़ा, हाँ वो पहला ही लग्या होया सी या तुहाडे सुपरविजन च लग्या? सोना जेड़ा नवा खरीददे जी अमृतसरों, सोना जेड़ा सोना लगदा है ना ਉਹਨੂੰ ਮੁੜ ਕੇ ਲਾ ਕੇ ਤੁਸੀਂ ਵਰਤ ਨਹੀਂ ਸਕਦੇ। ਕਰਤਾਰਪੁਰ ਸਾਹਿਬ ਸੰਗਤ ਕਿੰਨੀ ਕੁ ਆਉਂਦੀ ਸੀ ਉਸ ਸਮੇਂ ਦੇ ਵਿੱਚ? ਜਿਸ ਤਰ੍ਹਾਂ ਬਾਕੀ ਜਾਂਦੇ ਅੰਮ੍ਰਿਤਸਰ ਵੀ ਜਾਂਦੇ ਨੇ, ਉਹ ਰਿਵਾਜ ਜਾਂਦੇ, ਨਾ ਕੋਈ ਚੇਸ ਸੀਗਾ ਤੇ ਨਾ ਕੋਈ ਦੁੱਖ ਸੀਗਾ, ਨਾ ਠਾਂ ਨੂੰ ਸੀ ਕੋਈ ਗੱਲ ਤੇ ਨਾ ਤਾਂ ਨੂੰ। ਰੂਟੀਨ ਵਿੱਚ ਜਿਸ ਤਰ੍ਹਾਂ ਅੱਗੇ ਸੀ ਉਸ ਤਰ੍ਹਾਂ ਹੀ ਚੱਲਦੀ ਸੀ। ਯਾਨੀ ਕਿੰਨੀ ਕੁ ਸੰਗਤ ਸੀ ਉਸ ਸਮੇਂ ਦੇ ਮੁਤਾਬਕ? ਕਿੰਨੀ ਕੁ ਸੰਗਤ ਸੀ ਉਸ ਸਮੇਂ? ਮਤਲਬ ਕਦੀ ਵੀ ਇਹ ਗਿਣਤੀ ਨਹੀਂ ਕੀਤੀ ਵੀ ਅੱਜ ਹਿੰਦੂ ਕਿੰਨੇ ਨੇ ਤੇ ਮੁਸਲਮਾਨ ਕਿੰਨੇ ਤੇ ਈਸਾਈ ਕਿੰਨੇ। ਜਿਹਨੂੰ ਕਿਸੇ ਨੂੰ ਸ਼ਰਧਾ ਸੀ ਉਹ ਮੱਥਾ ਟੇਕ ਆਉਂਦਾ ਸੀ। ਮੁਸਲਮਾਨ ਵੀ ਆਉਂਦੇ ਹੁੰਦੇ ਸੀਗੇ ਉੱਥੇ ਗੁਰਦੁਆਰਾ ਸਾਹਿਬ ਉਸ ਸਮੇਂ ਤੇ? ਗੁਰਦੁਆਰੇ ਵਿੱਚ ਮੁਸਲਮਾਨ ਕਈ ਉਹ ਵੀ ਸੀਗੇ ਜਿਹੜੇ ਰੋਜ਼ ਆਣ ਕੇ ਮੱਥਾ ਟੇਕਦੇ ਸੀ, ਪਰ ਉਹ ਆਪਣੀ ਜਿਹੜੀ ਕਬਰ ਸੀਗੀ ਗੁਰੂ ਨਾਨਕ ਦੀ ਚਾਦਰ ਦੀ, ਉਹਦੇ ਤੇ ਚਾਦਰਾਂ ਵੀ ਚੜਾਉਂਦੇ ਸੀ, ਔਰ ਪੱਕੇ ਸੀਗੇ ਉਹਨਾਂ ਦੇ ਤੇ ਰੁਪਈਏ ਵੀ ਚੜਾ ਕੇ ਜਾਂਦੇ ਸੀ। ਉਹਦੇ ਵਾਸਤੇ ਅਸੀਂ ਇੱਕ ਗੁਰਦੁਆਰਾ ਕਮੇਟੀ ਵੱਲੋਂ ਜਿਹੜੇ 2 ਚੰਗੇ ਬੰਦੇ ਵੇਖੇ ਇਮਾਨਦਾਰ ਵੀ ਇਹ ਪੈਸੇ ਨੂੰ ਠੀਕ ਥਾਂ ਤੇ ਖਰਚ ਕਰਨਗੇ,
ਉਹਨਾਂ ਵਿੱਚ ਇੱਕ ਪੈੜੇਵਾਲ ਦਾ ਲਹਿਣੂ ਸੀਗਾ, ਬਹੁਤ ਇਮਾਨਦਾਰ, ਤੇ ਉਹਨੂੰ ਅਸੀਂ ਪ੍ਰਧਾਨ ਬਣਾਇਆ ਸੀ ਤੇ ਉਹਦੇ ਨਾਲ 2 ਬੰਦੇ ਹੋਰ ਮੁਕਰਰ ਕੀਤੇ ਸੀ। ਉਹ ਗਰੀਬਾਂ ਦੀ ਮਦਦ ਵੀ ਕਰ ਦਿੰਦੇ ਸੀ ਜਿਹੜੇ ਆਉਂਦੇ ਸੀ ਮੁਸਲਮਾਨ। ਤੇ ਮੁਸਲਮਾਨ ਜਿਹੜੇ ਆ ਉਹ ਆਪਣੇ ਕਬਰ ਨੂੰ ਮੱਥਾ ਟੇਕਦੇ ਸੀ। ਪਿਆਰ ਮੁਹੱਬਤ ਕਿਹੋ ਜਿਹਾ ਸੀ ਉਦੋਂ ਲੋਕਾਂ ਦੇ ਵਿੱਚ ਉਸ ਸਮੇਂ ਤੇ? ਪਿਆਰ ਮੁਹੱਬਤ ਲੋਕਾਂ ਦਾ ਮੈਂ ਆਪਣਾ ਟਿਕਾਉਣਾ। ਮੇਰੀ ਜਮਾਤ ਵਿੱਚ ਖੁਸ਼ੀ ਮੁਹੰਮਦ ਸੀ, ਮੇਰਾ ਜਮਾਤੀ। ਉਹ 3 ਵਾਰਾਂ ਫੇਲ ਹੁੰਦਾ ਰਿਹਾ ਤੇ ਮੈਂ ਉਹਨੂੰ ਪਾਸ ਕਰਾਇਆ ਹੇਠੀ ਜੇਠੀ ਕਰਕੇ। ਜਦੋਂ ਮੈਂ ਇਮਤਿਹਾਨ ਦਿੱਤਾ, ਮੈਂ ਫਿਰ ਉਹਨਾਂ ਨੂੰ ਆਖਿਆ ਵੀ ਇਹਦਾ ਰੋਲ ਨੰਬਰ ਜਾਂ ਮੇਰੇ ਪਿਛਲੇ ਪਾਸੇ ਹੋਵੇ ਤੇ ਜਾਂ ਮੇਰੇ ਅਗਲੇ ਪਾਸੇ ਹੋਵੇ, ਨਾ ਮੈਂ ਫੜਿਆ ਜਾਊਗਾ ਨਾ ਫੜਨ ਦਊਂਗਾ। ਤੇ ਉਹਨੂੰ ਪਾਰ ਕੀਤਾ। ਇਹ ਕਿ ਉਹ ਮੁਸਲਮਾਨ ਨੂੰ ਤੇ ਆਪਣੇ ਸਾਰੇ ਦੋਸਤ ਸਮਝਦੇ ਸਾਂ। ਇੱਕ ਥਾਲੀ ਦੇ ਵਿੱਚ 2 ਕੌਲੀਆਂ ਰੱਖ ਕੇ ਤੇ ਰੋਟੀਆਂ ਇਕੱਠੀਆਂ ਰੱਖ ਕੇ ਮੈਂ ਖੁਸ਼ੀ ਮੁਹੰਮਦ ਨਾਲ ਖਾਂਦਾ ਰਿਹਾ। ਸਾਡੇ ਜਿਹੜਾ ਟੀਚਰ ਸੀਗਾ ਉਰਦੂ ਤੇ ਫਾਰਸੀ ਦਾ, ਬਹੁਤ ਵਧੀਆ ਬੰਦਾ ਸੀ ਤੇ ਮਰਜ਼ਈ ਸੀਗਾ, ਕਾਦੀਆਂ ਤੋਂ ਜਾਂਦਾ ਸੀ। ਸਾਡੇ ਉੱਤੇ 2-3 ਵਾਰਾਂ ਮੁਸਲਮਾਨਾਂ ਦੇ ਹਮਲੇ ਹੁੰਦੇ ਰਹੇ ਇੱਕ ਮਸਲੇ ਤੋਂ, ਤੇ ਮੁਸਲਮਾਨ ਹੀ ਡੱਕਦੇ ਰਹੇ ਉਹਨੂੰ ਪਿੰਡ ਵਿੱਚ ਵੀ। ਜਦੋਂ 1947 ਦੀ ਵੰਡ ਹੋਈ ਆ, ਹਾਂ, 1947 ਦੀ ਵੰਡ ਤੋਂ ਬਾਅਦ ਮਾਹੌਲ ਬਿਲਕੁਲ ਬਦਲ ਗਿਆ, ਨਫ਼ਰਤੀ ਮਾਹੌਲ ਪੈਦਾ ਹੋ ਗਿਆ 1947 ਤੋਂ ਬਾਅਦ। ਨਹੀਂ, 1947 ਤੋਂ ਬਾਅਦ ਜਿਹੜੇ ਬੰਦੇ ਇੱਥੇ ਰਹਿ ਗਏ ਜੀ, ਨਿੱਕਾ ਘੁੰਮਣਾ ਚੱਕ ਰਹਿ ਗਿਆ ਸੀ, ਉਹਨਾਂ ਦੀ ਬਕਾਇਦਾ ਤੌਰ ਤੇ ਸਾਡੇ ਨਾਲ ਹੀ ਸਭ ਕੁਝ ਕਰਦੇ ਰਹੇ, ਕੋਈ ਵਿਤਕਰਾ ਨਹੀਂ ਸੀ। ਜਿਹੜੇ ਮੁਲਾਜ਼ਮ ਸੀਗੇ ਉਹ ਸਾਰੇ ਉਧਰ ਚਲੇ ਗਏ ਸੀ, ਜਿਹੜੇ ਉਧਰ ਸੀ ਉਹ ਸਾਰੇ ਇੱਧਰ ਆ ਗਏ ਸੀ। ਤੁਸੀਂ ਕਿੰਨੀ ਵਾਰ ਗਏ ਹੋ ਕਰਤਾਰਪੁਰ ਸਾਹਿਬ? 2 ਵਾਰਾਂ ਤੇ ਮੈਂ ਗਿਆ ਆ। ਜਦੋਂ ਅਸਲਾ ਲਿਆਉਣਾ ਸੀ ਜਾ ਕੇ ਤੇ ਸੂਬਾ ਸਰਹੱਦ ਚੋਂ, ਮੇਰੇ ਨਾਲ ਇੱਕ ਬੰਦਾ ਹੋਰ ਹੁੰਦਾ ਸੀ, ਅਸੀਂ ਭੇਸ ਬਦਲ ਕੇ ਜਾਂਦੇ ਹਾਂ। ਉਹ 2 ਫੇਰੇ ਮੈਂ ਅਸਲਾ ਕਾਹਦੇ ਲਈ ਲੈ ਕੇ ਆਏ ਸੀ, ਕਿਉਂ ਲਿਆਏ ਸੀ ਅਸਲਾ? ਜਦੋਂ ਪਾਕਿਸਤਾਨ ਦਾ ਰੌਲਾ ਪਏ ਤੇ ਫਿਰ ਪਾਕਿਸਤਾਨ ਜਿਉਂ-ਜਿਉਂ ਨੇੜੇ ਆਉਂਦਾ ਸੀ ਤੇ ਉੱਥੇ ਸਾਰਿਆਂ ਲੋਕਾਂ ਨੂੰ ਬਰਛੀਆਂ ਨੇਜੇ, ਮੁਸਲਮਾਨਾਂ ਨੂੰ ਵੀ ਸਾਨੂੰ ਵੀ, ਜਿਸ ਤਰੀਕੇ ਨਾਲ ਕੋਈ ਹਥਿਆਰ ਮਿਲੇ ਉਸੇ ਤਰੀਕੇ ਨਾਲ ਹੀ ਲੈਂਦੇ ਸੀ। ਮੇਰੇ ਕੋਲ ਬਰਛੇ ਮੈਂ ਮੋਗੇ ਤੋਂ ਬਣਾ ਕੇ ਲਿਆਂਦੇ ਸੀ, ਕਿਰਪਾਨਾਂ 4 ਮੈਂ ਮੋਗੇ ਤੋਂ ਬਣਾ ਕੇ ਲਿਆਂਦੀਆਂ ਸੀ। ਇਸ ਤਰ੍ਹਾਂ ਲੋਕੀ ਤੇ ਫੜੋ ਫੜਾਈ ਜਿਹੜੇ ਮੁਸਲਮਾਨ ਜਿੱਥੇ ਪਹਿਰੇਦਾਰ ਹੋਵੇ ਉਹ ਰਾਹ ਹੀ ਕੋਈ ਨਹੀਂ ਲੰਘਦਾ, ਹਿੰਦੂ ਤੇ ਸਿੱਖ। ਜਿਉਂ-ਜਿਉਂ ਪਾਕਿਸਤਾਨ ਨੇੜੇ ਆਇਆ, ਪਿਛਲੇ ਦਿਨਾਂ ਨੂੰ ਔਖਾ ਹੀ ਆਇਆ ਦਿਨ, ਤੇ ਸਾਰਿਆਂ ਵਾਸਤੇ। ਤੁਹਾਨੂੰ ਯਾਦ ਨਹੀਂ ਹੋਣਾ ਤੇ ਹੈ ਵੀ ਨਹੀਂ ਕਿਸੇ ਨੂੰ, ਵਿੱਚ ਮਹਾਤਮਾ ਗਾਂਧੀ ਦਾ ਬਿਆਨ ਆਇਆ ਸੀ, ਸਿੱਖ ਤੋਂ ਬਹੁਤ ਜ਼ਾਲਮ ਹੈ, ਔਰ ਅਖਬਾਰਾਂ 'ਚ ਛਪਿਆ। ਤੇ ਮਹਾਤਮਾ ਗਾਂਧੀ ਨੂੰ ਸ਼ਰਮਿੰਦਾ ਕੀਤਾ, ਸਿੱਖ ਤੋਂ ਬਹੁਤ ਜ਼ਾਲਮ ਹੈ। ਮੈਂ ਆਪ ਪੜ੍ਹਿਆ ਅਖਬਾਰ ਦੇ ਵਿੱਚ। ਤੇ ਇਹ ਉੱਥੇ ਜ਼ਿਆਦਾ ਫਿਰ ਇਹਨਾਂ ਨਾਲ ਮੁਕਾਬਲਾ ਕਰਨਾ ਪਿਆ। ਜਿਹੜਾ ਕਲਕੱਤਾ ਸੀ ਨਾ, ਕਲਕੱਤੇ ਵਿੱਚ ਬਹੁਤ ਸਾਰੇ ਕਾਰੋਬਾਰ, ਜਿਹੜੇ ਕਾਰਖਾਨੇ ਤੇ ਹੋਰ ਉਹਦੇ ਪੱਲੇ, ਉਹ ਸਿੱਖਾਂ ਕੋਲ ਤੇ ਹਿੰਦੂਆਂ ਕੋਲ ਸੀ। ਉਹ ਲੁੱਟਦੇ ਸੀ, ਇਹ ਫਿਰ ਮੁਕਾਬਲਾ ਕਰਦੇ ਸੀ। ਇਸ ਕਰਕੇ ਖਤਰਨਾਕ ਦਿਨ ਸੀ ਉਹ, ਔਰ ਸਾਰੇ ਇੰਡੀਆ ਦੇ ਵਿੱਚ ਸਾਰੇ ਖਤਰਨਾਕ ਸੀ। ਬੰਬਈ 'ਚ ਵੀ, ਆਸਾਮ ਵਿੱਚ ਵੀ, ਬੰਗਾਲ ਵਿੱਚ ਵੀ, ਪੰਜਾਬ ਵਿੱਚ ਵੀ, ਔਰ ਬਹੁਤ ਕਤਲੇਆਮ ਹੋਈ ਆ। ਔਰ ਖਾਸ ਤੌਰ ਤੇ ਔਰਤਾਂ ਨਾਲ ਜੋ ਬੇਇੱਜ਼ਤੀ ਹੁੰਦੀ ਰਹੀ ਆ ਪੋਠੋਹਾਰ ਦੇ ਵਿੱਚ, ਉਹਦੀਆਂ ਫੋਟੋ ਆਉਂਦੀਆਂ ਨਹੀਂ ਸਾਨੂੰ। ਤੁਹਾਨੂੰ ਲੱਗਦਾ ਸੀਗਾ ਵੀ ਲਾਂਘਾ ਖੁੱਲ ਜੂਗਾ ਕਦੇ? ਲਾਂਘਾ ਖੁੱਲ ਗਿਆ, ਕਰਤਾਰਪੁਰ ਜਾਣ ਵਾਲਾ ਲਾਂਘਾ ਖੁੱਲਿਆ ਜਿਹੜਾ, ਹਾਂ, ਕਰਤਾਰਪੁਰ ਜਾਣ ਵਾਲਾ ਜਿਹੜਾ ਲਾਂਘਾ ਖੁੱਲਿਆ, ਤੁਹਾਨੂੰ ਲੱਗਦਾ ਸੀਗਾ ਵੀ ਕਦੇ ਲਾਂਘਾ ਖੁੱਲੂਗਾ? ਇਹ ਕਰਤਾਰਪੁਰ ਜਾਣ ਲਾਂਘਾ ਖੁੱਲ ਗਿਆ? ਮੈਨੂੰ ਲੱਗਦਾ ਹੈ ਵੀ ਪੋਲੀਟੀਕਲ ਗੱਲ ਆ, ਇਹਨੂੰ ਚੰਗੇ ਬੰਦੇ ਆ ਜਾਣ ਤੇ ਠੀਕ ਹੋ ਸਕਦਾ। ਇਹ ਖੋਲਿਆ ਚੰਗਾ ਕਿ ਇਹ ਨਾ ਉਹਦਾ ਪ੍ਰਧਾਨ ਕਦੀ ਵੀ ਨਹੀਂ ਖੋਲਦਾ। ਪੰਜਾਬ ਦੇ ਨਾ ਮੁਸਲਮਾਨ ਖੋਲੇ, ਇਹ ਬਾਹਰੋਂ ਸੀ। ਉਹਨਾਂ ਦੀ ਵੀ ਰਾਖੀ ਉੱਥੇ, ਉਹ ਵੀ ਸਾਡੇ ਸਿੱਖਾਂ ਦੀ ਰਾਖੀ ਕਰਦੇ ਰਹੇ ਆ, ਸੂਬਾ ਸਰਹੱਦ ਵਾਲੇ। ਹਰਬੰਸ ਸਿੰਘ ਘੁੰਮਣ ਜੀ ਹੁਣੀ 98 ਸਾਲ ਦੀ ਉਮਰ ਹੋਈ ਹੈ, ਜ਼ਿਆਦਾ ਬੋਲ ਨਹੀਂ ਸਕਦੇ, ਹਾਲਾਂਕਿ ਉੱਚਾ ਸੁਣਦਾ, ਦੱਸਣਾ ਵੀ ਪੈਂਦਾ, ਉੱਚੀ ਬੋਲਣਾ ਪੈਂਦਾ, ਫਿਰ ਇਹਨਾਂ ਨੂੰ ਸੁਣਦਾ। ਕੁਛ ਇੱਕ ਚੀਜ਼ਾਂ ਸਮਝ ਆਉਂਦੀਆਂ, ਕੁਛ ਇੱਕ ਚੀਜ਼ਾਂ ਨਹੀਂ ਸਮਝ ਆਉਂਦੀਆਂ, ਆਪਣੇ ਹਿਸਾਬ ਨਾਲ ਜਵਾਬ ਦਿੰਦੇ। ਹਾਲਾਂਕਿ ਜਿਸ ਹਿਸਾਬ ਦੇ ਨਾਲ ਇਹ
ਇਹਨਾਂ ਨੇ ਆਪਣਾ ਵਕਤ ਗੁਜ਼ਾਰਿਆ ਉੱਥੇ ਕਰਤਾਰਪੁਰ ਸਾਹਿਬ, ਉਹ ਚੀਜ਼ਾਂ ਅਸੀਂ ਕੋਸ਼ਿਸ਼ ਕਰ ਰਹੇ ਸੀ ਕਿਉਂਕਿ 1941 ਤੋਂ ਲੈ ਕੇ 1943 ਤੱਕ ਇਹਨਾਂ ਨੇ ਸੇਵਾ ਕੀਤੀ ਹੈ ਕਰਤਾਰਪੁਰ ਸਾਹਿਬ। 1947 ਦੀ ਵੰਡ ਤੋਂ ਪਹਿਲਾਂ ਇਹ ਉੱਥੇ ਸੇਵਾ ਕਰਦੇ ਰਹੇ ਔਰ ਇਕਲੌਤੇ ਇੱਕੋ ਇੱਕ ਸ਼ਖਸ ਨੇ ਜੋ 1947 ਦੀ ਵੰਡ ਤੋਂ ਪਹਿਲਾਂ ਉੱਥੇ ਸੇਵਾ ਕਰਦੇ ਰਹੇ ਤੇ ਹੁਣ ਭਾਰਤ ਦੇ ਵਿੱਚ ਨੇ। ਇਹਨਾਂ ਦੇ ਬੇਟੇ ਸਾਡੇ ਨਾਲ ਮੌਜੂਦ ਨੇ, ਰਣਧੀਰ ਸਿੰਘ ਘੁੰਮਣ ਹੋਣੀ। ਬਾਕੀ ਗੱਲਾਂ ਇਹਨਾਂ ਤੋਂ ਜਾਣ ਲੈਂਦੇ ਆ। ਰਣਧੀਰ ਜੀ, ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗਾ, ਬਾਪੂ ਜੀ ਹੁਣੀ ਗੱਲਾਂ ਦੱਸਦੇ ਹੁਣੇ ਪੁਰਾਣੀਆਂ, 2 ਸਾਲ ਇਹਨਾਂ ਨੇ ਗੁਜ਼ਾਰੇ, ਸਮਾਂ ਜਿਹੜਾ ਇਹਨਾਂ ਨੇ ਉੱਥੇ ਗੁਜ਼ਾਰਿਆ, 3 ਸਾਲ ਦੇ ਕਰੀਬ ਦਾ ਸਮਾਂ ਉੱਥੇ ਗੁਜ਼ਾਰਿਆ ਇਹਨਾਂ ਨੇ। ਉਹ ਉੱਥੇ ਉਸ ਸਮੇਂ ਮਾਹੌਲ ਕਿਹੋ ਜਿਹਾ ਸੀ? ਕਿਉਂਕਿ ਫਿਰਕਾ ਪ੍ਰਸਤੀ ਔਰ ਹੁਣ ਨਫ਼ਰਤੀ ਮਾਹੌਲ ਜਿਹੜਾ ਭਾਵੇਂ ਰਾਜਨੀਤਿਕ ਲੋਕਾਂ ਵੱਲੋਂ ਕਹਿ ਲਓ ਜਾਂ ਹੁਣ ਜਿਹੜਾ ਮਾਹੌਲ ਹੈ, ਹੁਣ ਦੇ ਮਾਹੌਲ ਤੇ ਉਦੋਂ ਦੇ ਮਾਹੌਲ ਦੇ ਵਿੱਚ ਕਿਹੋ ਜਿਹਾ ਫਰਕ ਦੱਸਦੇ ਸੀ? ਜਿੱਥੋਂ ਇਹ ਆਪਣੇ ਪੂਰੇ ਹੋਸ਼ ਵਾਸਤੇ ਸਨ, ਸਾਨੂੰ ਬਹੁਤ ਲੰਬਾ ਸਮਾਂ ਇਹ ਸ਼ੁਰੂ ਤੋਂ ਲੈ ਕੇ ਆਪਣੀ ਜ਼ਿੰਦਗੀ ਦੇ ਬਾਬਤ ਦੱਸਦੇ ਰਹੇ ਨੇ। ਬੜੇ ਸੰਘਰਸ਼ੀਲ ਸਮੇਂ ਦੇ ਵਿੱਚੋਂ ਇਹ ਗੁਜ਼ਰ ਕੇ 10ਵੀਂ ਜਮਾਤ ਕਰਨ ਤੋਂ ਬਾਅਦ 1941 ਦੇ ਵਿੱਚ ਇਹ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਨੌਕਰੀ ਕੀਤੀ ਇਹਨਾਂ ਨੇ। ਉੱਥੇ ਬਤੌਰ ਸਟੋਰਕੀਪਰ ਕੰਮ ਸਾਂਝੀ ਨੌਕਰੀ ਇਹਨਾਂ ਨੇ ਕੀਤੀ ਹੈ। ਇਹਨਾਂ ਦੇ ਮੁਤਾਬਕ ਜੋ ਸਾਨੂੰ ਦੱਸਦੇ ਰਹੇ ਨੇ ਹੁਣ ਤੱਕ ਵੀ ਉੱਥੇ ਉਦੋਂ ਮਾਹੌਲ ਬਹੁਤ ਵਧੀਆ ਸੀਗਾ। ਲੋਕਾਂ ਦੇ ਵਿੱਚ ਫਿਰਕੂ ਪ੍ਰਸਤੀ ਕੋਈ ਗੱਲ ਨਹੀਂ ਸੀ ਹੈਗੀ। ਉੱਥੇ ਮੁਸਲਮਾਨ ਗੁਰੂ ਨਾਨਕ ਸਾਹਿਬ ਦੀ ਚਾਦਰ ਦੇ ਉੱਤੇ, ਆਪਣੀ ਸਮਾਧ ਦੇ ਉੱਤੇ ਚਾਦਰ ਚੜਾਉਂਦੇ ਰਹੇ ਨੇ। ਉਹ ਇੱਕ ਬੜੀ ਵੱਡੀ ਗੱਲ ਸੀ ਕਿ ਗੁਰੂ ਨਾਨਕ ਸਾਹਿਬ ਦੀ ਯਾਦਗਾਰ, ਦੋਵੇਂ ਯਾਦਗਾਰਾਂ, ਸਮਾਧ ਵੀ ਤੇ ਜਿੱਥੇ ਗੁਰੂ ਨਾਨਕ ਸਾਹਿਬ ਦਾ ਸੰਸਕਾਰ ਹੋਇਆ, ਉਹ ਇੱਕੋ ਕਬਰ ਦੇ ਵਿੱਚ ਯਾਦਗਾਰਾਂ ਬਣੀਆਂ ਹੋਈਆਂ ਸੀ। ਤੇ ਸਿੱਖ ਉਸ ਪਾਸੇ ਮੱਥਾ ਟੇਕਦੇ ਸਨ ਤੇ ਮੁਸਲਮਾਨ ਜਿਹੜੇ ਆ, ਜਿਹੜੀ ਸਮਾਧ ਬਣੀ ਹੋਈ ਸੀ ਉਹਦੇ ਉੱਤੇ ਚਾਦਰ ਚੜਾਉਂਦੇ ਸੀਗੇ। ਤੇ ਬਹੁਤ ਵਧੀਆ ਕਹਿੰਦੇ ਵੀ ਮਾਹੌਲ ਉੱਥੇ ਮਾਹੌਲ ਸੀਗਾ। ਉਸ ਤੋਂ ਬਾਅਦ ਜਦੋਂ 1947 ਤੋਂ ਬਾਅਦ ਵੰਡ ਹੋਈ, ਇਹਨਾਂ ਦੇ ਕੋਈ ਉਸ ਸਮੇਂ ਦੋਸਤ ਉਧਰ ਰਹਿ ਗਏ ਹੋਣੇ? ਕਿਉਂਕਿ 2-3 ਸਾਲ ਬੰਦਾ ਜਿੱਥੇ ਗੁਜ਼ਾਰਦਾ ਉੱਥੇ ਫਿਰ ਦੋਸਤੀ ਸੁਭਾਵਿਕ ਹੋ ਜਾਂਦੀ ਹੈ। ਉੱਥੇ ਦੋਸਤੀ ਹੋਈ ਹੋਣੀ ਕਿਸੇ ਕੋਈ ਮੁਸਲਮਾਨ ਭਾਈਚਾਰੇ ਦੇ ਲੋਕਾਂ ਨਾਲ, ਹਿੰਦੂ ਭਾਈਚਾਰੇ ਦੇ ਲੋਕਾਂ ਨਾਲ। ਉਹ ਲੋਕ ਜਦੋਂ ਇੱਧਰ ਉੱਧਰ ਵਿਛੜ ਗਏ, ਫਿਰ ਕਦੇ ਰਾਬਤਾ ਕਾਇਮ ਨਹੀਂ ਹੋਇਆ? ਕਦੇ ਹੋਈ ਗੱਲਬਾਤ ਕਿਸੇ ਨਾਲ? ਨਹੀਂ, ਇਹ ਬਹੁਤ ਵਾਰੀ ਯਾਦ ਕਰਦੇ ਰਹੇ। ਉੱਥੇ ਲੱਗ ਪਿੰਡਾਂ ਦੇ, ਪੇੜੂਵਾਲ ਦੇ, ਸਕਰਗੜ੍ਹ ਦੇ ਜਿਹੜੇ ਲੱਗ ਪਿੰਡ ਸੀਗੇ, ਉੱਥੇ ਨੰਗਲੀ ਇੱਕ ਪਿੰਡ ਸੀਗਾ ਉੱਥੇ। ਉਸ ਤੋਂ ਇਹਨਾਂ ਦੇ ਜਿਹੜੇ ਰੋਜ਼ਾਨਾ ਮੁਸਲਮਾਨ ਜਿਹੜੇ ਉੱਥੇ ਆਉਂਦੇ ਸੀਗੇ, ਉਹਨਾਂ ਦੀ ਗੱਲਾਂ ਕਰਦੇ ਰਹੇ ਨੇ। ਪਰ ਇਹਨਾਂ ਦਾ ਦੁਬਾਰਾ 47 ਤੋਂ ਬਾਅਦ ਸੰਬੰਧ ਨਹੀਂ ਬਣ ਸਕਿਆ, ਉਹਨਾਂ ਨਾਲ ਕੋਈ ਜੋੜ ਨਹੀਂ ਰਲ ਸਕਿਆ। ਕਈ ਵਾਰੀ ਇੱਧਰੋਂ ਉੱਧਰ ਹੀ ਸੁਨਾਹ ਜਾਂ ਕੋਈ ਬੰਦਾ ਗਿਆ, ਉਹ ਫਤਿਹ ਫਤੂਈ ਜ਼ਰੂਰ ਘੱਲਦਾ ਰਿਹਾ ਹੈ। ਕਿੰਨੀ ਵਾਰ ਗਏ ਟੋਟਲ ਕਰਤਾਰਪੁਰ ਸਾਹਿਬ? ਜਦੋਂ ਨੌਕਰੀ ਕੀਤੀ ਉਸ ਤੋਂ ਬਾਅਦ ਵੀ ਕਦੇ ਗਏ ਆ? ਕਰਤਾਰਪੁਰ ਸਾਹਿਬ ਇਹਨਾਂ 2 ਸਾਲ ਤੇ ਲਗਾਤਾਰ ਉੱਥੇ ਰਹੇ। ਉਸ ਤੋਂ ਬਾਅਦ ਇਹ 45 ਦੇ ਵਿੱਚ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਵਿੱਚ ਜਾ ਕੇ ਇਹਨਾਂ ਨੇ ਦਾਖਲਾ ਲੈ ਲਿਆ ਸੀਗਾ। ਜਦੋਂ ਉਸ ਤੋਂ ਬਾਅਦ ਕਾਲਜ ਤੋਂ ਬਾਅਦ ਇਹਨਾਂ ਦਾ ਜਦੋਂ ਪਾਕਿਸਤਾਨ ਬਣਨ ਦਾ ਰੌਲਾ ਪਿਆ, ਉਦੋਂ ਇਹਨਾਂ ਦੀ ਡਿਊਟੀ ਸਰਦਾਰ ਭਾਗ ਸਿੰਘ ਐਡਵੋਕੇਟ ਸਾਡੇ ਗੁਰਦਾਸਪੁਰ ਜ਼ਿਲ੍ਹੇ ਦੇ ਹੁੰਦੇ ਸੀਗੇ, ਜਿਨ੍ਹਾਂ ਦਾ ਬੜਾ ਵੱਡਾ ਨਾਂ ਸੀ ਉਦੋਂ, ਸਰਦਾਰ ਬਰਿਆਮ ਸਿੰਘ ਭਾਗੋਵਾਲੀਆ। ਇਹ ਕਿਉਂਕਿ ਉਸ ਮਾਹੌਲ ਦੇ ਮੁਤਾਬਕ ਜਿਸ ਤਰ੍ਹਾਂ ਦਾ ਮਾਹੌਲ ਹੋਵੇ ਉਸ ਤਰ੍ਹਾਂ ਦਾ ਹੀ ਕੌਮਾਂ ਨੂੰ ਆਪਣੀ ਜਿਹੜੀ ਆ ਉਹ ਸੁਰੱਖਿਆ ਦਾ ਕਰਨੀ ਪੈਂਦੀ ਹੈ। ਇਹ ਜਾ ਕੇ ਸੂਬਾ ਸਰਹੱਦ ਵਿੱਚੋਂ ਅਸਲਾ ਵੀ ਲੈ ਕੇ ਆਉਂਦੇ ਰਹੇ ਤੇ ਗੁਰਦੁਆਰਾ ਦੀ ਹਿਫਾਜ਼ਤ ਵਾਸਤੇ ਅਸਲਾ ਵੰਡਦੇ ਵੀ ਰਹੇ। ਗੁਰਦੁਆਰੇ ਵਿੱਚ ਜਾ ਕੇ ਉਹਨਾਂ ਨੂੰ ਦਿੰਦੇ ਵੀ ਰਹੇ ਨੇ। ਉਦੋਂ ਇਹ ਦੱਸਦੇ ਹੁੰਦੇ ਵੀ ਮੈਂ 3-4 ਵਾਰ ਉਸ ਤੋਂ ਬਾਅਦ ਜਿਹੜਾ ਉੱਥੇ ਸੰਨ 47 ਦੇ ਲਾਗੇ ਉਸ ਸੰਨ ਦੇ ਵਿੱਚ ਹੀ ਗੁਰਦੁਆਰਾ ਸਾਹਿਬ ਅਸਲਾ ਦੇਣ ਗਿਆ। ਅਸਲਾ ਲਿਆ ਕਿੱਥੋਂ? ਤਮਾਮ ਚੀਜ਼ਾਂ ਕੀ ਕੁਛ ਲੈ ਕੇ ਗਏ ਉਸ ਸਮੇਂ? ਫਿਰ ਉੱਥੋਂ ਜਿਹੜਾ ਸੂਬਾ ਸਰਹੱਦ 'ਚ ਜਿਹੜਾ ਅੱਜ ਵੀ ਬੜਾ ਵੱਡਾ ਹੈਗਾ ਆ ਹਥਿਆਰਾਂ ਦੀ ਮੰਡੀ ਆ ਉੱਥੇ। ਮੰਡੀ ਕਿਉਂਕਿ ਕਬਾਇਲੀ ਇਲਾਕੇ ਨੇ, ਉਹ ਕਿਸੇ ਦੀ ਬਾਤ ਸੀ ਉਹਨਾਂ ਮੰਨੀ ਨਹੀਂ। ਤੂੰ ਆਪਣੇ ਹਥਿਆਰ ਆਪ ਬਣਾਉਂਦੇ ਨੇ। ਅੱਜ ਜਿਹੜੀ ਇਹ 5-5 ਲੱਖ ਦੀ AK-47 ਲਈ ਫਿਰ ਉੱਥੇ 5-5 ਹਜ਼ਾਰ ਦੀ ਮਿਲ ਜਾਂਦੀ ਹੈ, ਅੱਜ ਵੀ ਮਿਲ ਜਾਂਦੀ ਹੈ। ਕਿਉਂਕਿ ਉੱਥੇ ਘਰ ਘਰ ਹੀ ਉਹ ਸਾਰੇ ਜਿਹੜੇ ਹਥਿਆਰ ਬਣਾਉਂਦੇ ਨੇ। ਉਦੋਂ ਵੀ ਉਹ ਪੁਰਾਣੇ ਹਥਿਆਰ ਉੱਥੇ ਬਣਾਉਂਦੇ ਸਨ। ਇਸ ਕਰਕੇ ਉਹਨਾਂ ਨੇ ਸਾਰਾ ਜਿਹੜਾ ਆ ਉਹ ਉੱਥੋਂ ਹਥਿਆਰ ਲਿਆ ਕੇ, ਰਫਲਾਂ ਜੋ ਵੀ ਹੋਰ ਉਸ ਸਮੇਂ ਦੇ ਮੁਤਾਬਕ ਦਾਰੂ ਸਿੱਕਾ ਸੀਗਾ, ਇਹ ਲਿਆ ਕੇ ਗੁਰਦੁਆਰਾ ਦੀ ਹਿਫਾਜ਼ਤ ਦੇ ਵੰਡਦੇ ਰਹੇ ਔਰ ਇੱਥੇ ਵੀ ਲਿਆਉਂਦੇ ਰਹੇ। ਠੀਕ ਹੈ। ਉੱਥੇ ਨੁਕਸਾਨ ਪਹੁੰਚਾਇਆ ਗਿਆ ਜਾਂ ਠੀਕ ਠਾਕ ਰਹੇ? ਕਿਉਂਕਿ ਪਹਿਲਾਂ ਜਿਹੜਾ ਸੀ ਉਹ ਆਪਸੀ ਭਾਈਚਾਰਕ ਸਾਂਝ ਬੜੀ ਸੀਗੀ। ਉਸ ਤੋਂ ਬਾਅਦ ਜਦੋਂ ਮਾਹੌਲ ਖਰਾਬ ਹੋਇਆ, ਉਦੋਂ ਕੋਈ ਸਮਾਚਾਰ ਆਏ ਵੀ ਗੁਰਦੁਆਰਾ ਸਾਹਿਬ ਨੂੰ ਨੁਕਸਾਨ ਤਾਂ ਨਹੀਂ ਪਹੁੰਚਾਇਆ ਜਾਂ ਇਹੋ ਜਿਹੇ? ਨਹੀਂ, ਇਹਨਾਂ ਦੇ ਮੁਤਾਬਕ ਜੋ ਦੱਸਿਆ ਇਹਨਾਂ ਨੇ ਹੁਣ ਤੱਕ ਜਾਂ ਹਿਸਟਰੀ 'ਚ ਵੀ ਆਉਂਦਾ, ਕੋਈ ਕਰਤਾਰਪੁਰ ਸਾਹਿਬ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਕਿਉਂਕਿ ਉੱਥੇ ਅਸਲ ਵਿੱਚ ਉਹ ਸਾਂਝੀ ਜਗ੍ਹਾ ਸੀਗੀ। ਕਿਉਂਕਿ ਮੁਸਲਮਾਨ ਵੀ ਗੁਰੂ ਨਾਨਕ ਸਾਹਿਬ ਨੂੰ ਆਪਣਾ ਪੀਰ ਮੰਨਦੇ ਸੀਗੇ ਜੀ, ਤੇ ਸਿੱਖ ਵੀ ਜਿਹੜੇ ਸੀਗੇ ਉਹ ਵੀ ਆਪਣਾ ਗੁਰੂ ਮੰਨਦੇ ਸੀਗੇ। ਇਸ ਕਰਕੇ ਉਸ ਜਗ੍ਹਾ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਇੱਕ ਤਾਂ ਉੱਥੇ ਜਿੱਦਾਂ ਬਾਪੂ ਜੀ ਹੁਣੇ ਜ਼ਿਕਰ ਕਰ ਰਹੇ ਸੀਗੇ ਕਿ ਇੱਕ ਕਬਰ ਬਣੀ ਹੋਈ ਹੈ, ਇੱਕ ਸਮਾਧ ਬਣੀ ਹੋਈ ਹੈ ਉਸ ਥਾਂ ਤੇ। ਦੋ ਬਣੀਆਂ ਨੇ। ਇੱਕ ਥਾਂ ਤੇ ਮੁਸਲਮਾਨ ਵੀ ਮੱਥਾ ਟੇਕਣ ਵਾਸਤੇ ਆਉਂਦੇ ਆ, ਉਹ ਗੁਰੂ ਨਾਨਕ ਸਾਹਿਬ ਨੂੰ ਪੀਰ ਕਹਿੰਦੇ ਆ, ਗੁਰੂ ਨਾਨਕ ਪੀਰ। ਦੂਸਰੇ ਹਿੰਦੂ ਤੇ ਸਿੱਖ ਜਿਹੜੇ ਜਾਂਦੇ ਆ, ਉਹ ਗੁਰਦੁਆਰਾ ਸਾਹਿਬ ਵੀ ਦਰਸ਼ਨ ਕਰਨ ਵਾਸਤੇ ਜਾਂਦੇ ਆ।
ਔਰ ਜਦੋਂ ਕਰਤਾਰਪੁਰ ਸਾਹਿਬ ਜਾਣ ਵਾਸਤੇ ਲਾਂਘਾ ਖੁੱਲ ਗਿਆ ਫਿਰ ਇਹਨਾਂ ਦੇ ਰਿਐਕਸ਼ਨ ਕੀ ਸੀ? ਤੁਸੀਂ ਦੱਸਿਆ ਇਹਨਾਂ ਨੂੰ ਦੱਸਿਆ ਹੋਣਾ। ਹਾਂ, ਇਹਨਾਂ ਨੇ ਸਾਰਾ ਜ਼ੋਰ ਲਾਇਆ ਸਾਰੂ, ਕਹਿੰਦੇ ਮੇਰੇ ਤਾਂ ਹੁਣ ਸਰੀਰ ਦਰਦ ਹੋ ਗਿਆ, ਮੈਂ ਨਹੀਂ ਜਾ ਸਕਦਾ ਉੱਥੇ, ਕੋਈ ਚੱਲ ਫਿਰ ਨਹੀਂ ਸਕਦਾ, ਪਰ ਤੁਸੀਂ ਸਾਰਾ ਟੱਬਰ, ਤੁਹਾਡੇ ਜੇ ਪਾਸਪੋਰਟ ਬਣੇ ਹੋਏ ਨੇ, ਤੁਸੀਂ ਹਰ ਹਾਲਤ ਵਿੱਚ ਮੱਥਾ ਟੇਕ ਕੇ ਆਓ, ਉੱਥੇ ਜਾ ਕੇ ਆਓ, ਕਿਉਂਕਿ ਉੱਥੇ ਬਹੁਤ ਸਾਰੀਆਂ ਯਾਦਾਂ ਮੇਰੀਆਂ ਵੀ ਲੱਗੀਆਂ ਹੋਈਆਂ ਨੇ ਉੱਥੇ, ਤੁਹਾਨੂੰ ਕੋਈ ਮੇਰੀ ਯਾਦਗਾਰ ਵੀ ਉੱਥੇ ਕੋਈ ਮਹਿਸੂਸ ਹੋਊਗੀ। ਇਸ ਕਰਕੇ ਇਹਨਾਂ ਨੇ ਬਹੁਤ ਜ਼ੋਰ ਲਾਇਆ। ਪਰ ਉਹ ਜਿਉਂ ਦਾ ਉਸੇ ਵੇਲੇ ਜਦੋਂ ਜਿਹੜੀ ਤਿਆਰੀ ਹੋਣ ਲੱਗੀ ਆ ਕਰੋਨਾ ਨੇ ਆਣ ਕੇ ਜਿਹੜਾ ਉਹ ਦੁਬਾਰਾ ਕੋਰੀਡੋਰ ਬੰਦ ਕੀਤਾ ਹੋਇਆ ਹੈ, ਜਦੋਂ ਵੀ ਖੁੱਲਿਆ ਅਸੀਂ ਸਾਰੇ ਪਰਿਵਾਰ ਨੇ ਉੱਥੇ ਜ਼ਰੂਰ ਦਰਸ਼ਨ ਕਰ ਲਈ ਜਾਣਾ। ਜੇ ਹੋ ਸਕਿਆ ਕੋਸ਼ਿਸ਼ ਕਰਾਂਗੇ, ਭਾਵੇਂ ਸਾਨੂੰ ਜੇ ਕੋਈ ਵੀਲ ਚੇਅਰ ਦਾ ਜਾਂ ਦੂਜਾ ਕੋਈ ਐਸਾ ਕੋਈ ਹੋਇਆ, ਕਿਉਂਕਿ ਇਹਨਾਂ ਦਾ ਪਾਸਪੋਰਟ ਨਹੀਂ ਬਣਿਆ, ਜੇ ਪਾਸਪੋਰਟ ਤੋਂ ਬਗੈਰ ਜਾਣਦੇ ਹਾਂ ਤਾਂ ਅਸੀਂ ਇਹਨਾਂ ਨੂੰ ਵੀ ਨਾਲ ਲੈ ਕੇ ਜ਼ਰੂਰ ਜਾਵਾਂਗੇ। ਇਹਨਾਂ ਨੇ ਇੱਛਾ ਜ਼ਾਹਿਰ ਕੀਤੀ ਵੀ ਜਾਣਾ ਚਾਹੁੰਦੇ ਨੇ ਕਿ ਹਾਂ, ਜਾਣਾ ਚਾਹੁੰਦੇ ਨੇ ਜੀ। ਕਿਹੋ ਜਿਹੀਆਂ ਯਾਦਾਂ ਹੁਣ ਤੱਕ, ਕਿਉਂਕਿ 98 ਸਾਲ ਉਮਰ ਹੈ, ਕਿਹੋ ਜਿਹੀਆਂ ਯਾਦਾਂ ਸਾਂਝੀਆਂ ਕਰਦੇ ਰਹੇ ਆ ਪਾਕਿਸਤਾਨ ਦੀਆਂ, ਕਰਤਾਰਪੁਰ ਸਾਹਿਬ ਦੀਆਂ? ਦੇਖੋ, ਇਹਨਾਂ ਦਾ ਪਾਕਿਸਤਾਨ ਨਾਲ ਬਹੁਤ ਜ਼ਿਆਦਾ ਨੇੜ ਰਿਹਾ, ਉਧਰਲੇ ਪਾਸੇ ਇਲਾਕੇ ਜਾਣ ਦਾ। ਇਹਨਾਂ ਨੂੰ ਨਨਕਾਣਾ ਸਾਹਿਬ ਜਾਣ ਦਾ ਵੀ ਮੌਕਾ ਮਿਲਦਾ ਰਿਹਾ, ਕੋਮਰੀ ਤੱਕ ਵੀ ਜਾਂਦੇ ਰਹੇ ਨੇ, ਤੇ ਜਿੱਥੇ ਖੈਰ 2 ਸਾਲ ਨੌਕਰੀ ਕੀਤੀ ਹੋਵੇ ਉਹਦੇ ਵੈਸੇ ਹੀ ਆਪਣਾ ਲੱਗਣ ਲੱਗ ਜਾਂਦਾ। ਤੇ ਬਹੁਤ ਸਾਰਾ ਇਹਨਾਂ ਦਾ ਸਾਰਾ ਪਾਕਿਸਤਾਨ ਦੇ ਵੇਲੇ ਦੇ ਸਾਂਝੇ ਜਿਹੜੇ ਕੰਮ ਸੀਗੇ ਜਾਂ ਮੁਸਲਮਾਨਾਂ ਨਾਲ ਪਿਆਰ ਸੀ, ਉਦੋਂ ਪਹਿਲਾਂ ਜਦੋਂ ਤੱਕ ਆਪਣੇ ਮੁਸਲਿਮ ਲੀਗ ਨੇ ਪਾਕਿਸਤਾਨ ਦਾ ਵੱਖਰਾ ਮਤਾ ਨਹੀਂ ਪਾਇਆ, ਉਦੋਂ ਤੱਕ ਦੇ ਮੁਸਲਮਾਨ, ਹਿੰਦੂ, ਸਿੱਖ ਜਿਹੜੇ ਬਹੁਤ ਪਿਆਰ ਨਾਲ ਵਰਤਦੇ ਸੀਗੇ। ਠੀਕ ਹੈ। ਉਸ ਤੋਂ ਬਾਅਦ ਜਿੱਦਾਂ ਪਹਿਲਾਂ ਮੈਂ ਜ਼ਿਕਰ ਕੀਤਾ ਉਸ ਚੀਜ਼ ਦਾ, ਕਿਉਂਕਿ 1947 ਤੋਂ ਬਾਅਦ ਜਦੋਂ ਵੰਡ ਹੋ ਗਈ ਹੈ, 1947 ਦੀ ਵੰਡ ਦੇ ਵੀ ਗੱਲਾਂ ਕੋਈ ਦੱਸੀਆਂ ਇਹਨਾਂ ਨੇ ਵੀ ਉਸ ਸਮੇਂ ਤੇ ਕਿਹੋ ਜਿਹੇ ਹਾਲਾਤ ਰਹੇ ਆ, ਕਿਉਂਕਿ ਵੱਡਾ ਟੁੱਕੀ ਬਹੁਤ ਜ਼ਿਆਦਾ ਹੋਈ ਉਸ ਸਮੇਂ ਤੇ, ਮਾਰਕਟ ਬਹੁਤ ਹੋਈ। ਉਹੋ ਜਿਹੇ ਹਾਲਾਤਾਂ ਦੇ ਵਿੱਚ ਇਹਨਾਂ ਦਾ ਸਮਾਂ ਕਿੱਦਾਂ ਗੁਜ਼ਰਿਆ, ਜਾਂ ਉਧਰੋਂ ਕੋਈ ਸੂਚਨਾਵਾਂ ਆਉਂਦੀਆਂ ਰਹੀਆਂ ਹੋਣੀਆਂ ਵੀ ਮਾਹੌਲ ਖਰਾਬ ਹੋ ਗਿਆ ਜਾਂ ਕਿਵੇਂ? ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਵੀ ਜਦੋਂ ਪਾਕਿਸਤਾਨ ਬਣਿਆ, ਉੱਥੇ 2 ਜਿਹੜਾ ਆਪਣੇ ਇੰਗਲੈਂਡ ਦੀ ਪਾਰਲੀਮੈਂਟ ਨੇ ਇਹ ਮਤਾ ਪਾਸ ਕੀਤਾ ਸੀ ਕਿ ਰਾਵੀ ਨੂੰ ਹੱਦ ਮੰਨ ਕੇ 4 ਜ਼ਿਲ੍ਹੇ ਰਾਵੀ ਦੇ ਚੜ੍ਹਦੇ ਪਾਸੇ ਵਾਲੇ ਤੇ 4 ਜ਼ਿਲ੍ਹੇ ਜਿਹੜੇ ਆ ਰਾਵੀ ਦੇ ਲਹਿੰਦੇ ਪਾਸੇ ਵਾਲੇ, ਜਿੱਥੇ ਮੁਸਲਿਮ ਆਬਾਦੀ ਵੱਧ ਆ ਉਹ ਪਾਕਿਸਤਾਨ ਜਾਣਗੇ, ਜਿੱਥੇ ਗੈਰ ਮੁਸਲਿਮ ਵੱਧ ਆ ਉਹ ਹਿੰਦੁਸਤਾਨ 'ਚ ਰਹਿਣਗੇ। ਉਹਦੇ ਮੁਤਾਬਕ 4 ਜ਼ਿਲ੍ਹੇ ਪਰਲੇ ਤਾਂ ਸਿੱਧੇ ਹੀ ਪਾਕਿਸਤਾਨ ਚਲੇ ਗਏ। ਜਿਹੜੇ ਇੱਧਰਲੇ ਪਾਸੇ ਵਾਲੇ ਗੁਰਦਾਸਪੁਰ ਜ਼ਿਲ੍ਹਾ ਸੀਗਾ, ਇਹਦੀ ਆਬਾਦੀ ਬਹੁਤ ਸਮਾਲ ਮਾਰਜਨ ਸੀਗਾ ਮਰਦਮਸ਼ੁਮਾਰੀ ਦੀ 1941 ਦੇ ਵਿੱਚ, ਈਵਨ ਮਤਲਬ 0 ਕੁਝ ਤੇ ਸੀਗਾ। ਉਹ ਇਹਨਾਂ ਨੇ ਬਹੁਤ ਮਿਹਨਤ ਕੀਤੀ ਉਦੋਂ, ਇਹਨਾਂ ਦੱਸਣ ਮੁਤਾਬਕ ਇਹਨਾਂ ਨੇ ਉਹ ਮਰਦਮਸ਼ੁਮਾਰੀ ਦੇ ਜਿਹੜੇ ਫਾਰਮ ਸੀਗੇ ਲਾਹੌਰ ਜਾ ਕੇ ਸਨ 46 ਦੇ ਵਿੱਚ, ਉਹ ਸਾਰੇ ਉੱਥੋਂ ਕਢਾਏ ਚੋਰੀ, ਸਰਦਾਰ ਸਵਰਨ ਸਿੰਘ ਵਿਦੇਸ਼ ਮੰਤਰੀ ਦੀ ਸਿਫਾਰਿਸ਼ ਦੇ ਨਾਲ। ਉਹ ਮਰਦਮਸ਼ੁਮਾਰੀ ਨੂੰ ਝੂਠਿਆ ਕਰਨ ਵਾਸਤੇ ਇਹਨਾਂ ਨੇ ਉਹ ਜਿਹੜਾ ਸਾਰਾ ਉਹ ਯਤਨ ਕੀਤਾ, ਕਿਉਂਕਿ ਉਹਦੇ ਵਿੱਚ ਜਦੋਂ ਮਰਦਮਸ਼ੁਮਾਰੀ 1941 ਵਿੱਚ ਹੋਈ ਸੀ, ਸਿਆਲ ਵਿੱਚ ਹੋਈ ਸੀ। ਆਮ ਤੌਰ 'ਤੇ ਮਰਦਮਸ਼ੁਮਾਰੀ ਜਿਹੜੀ ਸਿਆਲ ਵਿੱਚ ਹੁੰਦੀ ਹੈ, ਇਹ ਦੱਸਦੇ ਹੁੰਦੇ ਸੀ ਕਿ ਸਿਆਲ ਦੇ ਵਿੱਚ ਬਹੁਤ ਸਾਰੇ ਜਿਹੜੇ ਗਰੀਬ ਲੋਕ ਮੁਸਲਮਾਨ ਜਿਹੜੇ ਸੀਗੇ ਉਹ ਇੱਧਰ ਦਿਹਾੜੀ ਕਰਨ ਉੱਤੇ ਆ ਜਾਂਦੇ ਸੀ ਪਹਾੜਾਂ ਉੱਪਰ ਉਤਰ ਕੇ, ਤੇ ਉਹ ਆਣ ਕੇ ਮਸੀਤਾਂ ਵਿੱਚ ਰਹਿੰਦੇ ਹੁੰਦੇ ਸੀਗੇ। ਉਹ ਜਦੋਂ ਮਸੀਤਾਂ 'ਚ ਰਹਿੰਦੇ ਸੀਗੇ ਤੇ ਉਹਨਾਂ ਨੇ ਜਦੋਂ ਮਰਦਮਸ਼ੁਮਾਰੀ ਹੋਈ ਇੱਥੇ ਆਪਣੀ ਹਾਜ਼ਰੀ ਲਵਾਈ, ਪਰ ਇਹਨਾਂ ਨੇ ਇੱਕ ਇਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਆ ਗਈ ਵੀ ਜਿਹੜੀ ਮਰਦਮਸ਼ੁਮਾਰੀ ਆ ਘਰ ਦਾ ਨੰਬਰ ਲਾ ਕੇ ਹੁੰਦੀ ਆ। ਇਹਨਾਂ ਨੇ ਉਹ ਸਾਰੇ ਫਾਰਮ ਉੱਥੇ ਅੱਡ ਕੀਤੇ ਵੀ ਜਿਸ ਘਰ ਵਿੱਚ ਕੋਈ ਔਰਤ ਨਹੀਂ, ਜਿਸ ਘਰ ਵਿੱਚ ਕੋਈ ਬੱਚਾ ਨਹੀਂ, ਇਹਦਾ ਮਤਲਬ ਉਹਨੂੰ ਮਸੀਤ ਮੰਨ ਲਿਆ ਜਾਵੇ, ਕਿਉਂਕਿ ਮੁਸਲਮਾਨ ਰਾਤ ਸਾਰੇ ਮਸੀਤ ਵਿੱਚ ਰਹਿੰਦੇ ਸੀਗੇ। ਜਿਸ ਘਰ ਵਿੱਚ 15-20 ਆਦਮੀ ਜਿਹੜੇ ਹੋਣ, ਉੱਥੇ ਕੋਈ ਔਰਤ ਜਾਂ ਬੱਚਾ ਨਾ ਹੋਵੇ, ਉਹਨਾਂ ਨੂੰ ਮਸੀਤ ਬਣਾ ਕੇ ਉਸ ਆਧਾਰ ਤੇ ਇਹਨਾਂ ਨੇ ਉਹ ਸਰਦਾਰ ਭਾਗ ਸਿੰਘ ਐਡਵੋਕੇਟ ਜਿਹੜੇ ਆ ਸਾਡੇ ਗੁਰਦਾਸਪੁਰ ਜ਼ਿਲ੍ਹੇ ਦੀ ਜਿਹੜੀ ਆ, ਉਹਨਾਂ ਨੇ ਸਾਰੀ ਬਹਿਸ ਕੀਤੀ ਆ ਆਪਣੇ ਬਾਉਂਡਰੀ ਕਮਿਸ਼ਨ ਦੇ ਅੱਗੇ, ਰੈੱਡ ਕਲਫ ਦੇ ਅੱਗੇ। ਉਹਨਾਂ ਨੇ ਉਹ ਸਾਰਾ ਜਿਹੜਾ ਸੀ ਉਹ ਕੱਢ ਕੇ ਤੇ ਉਹ ਜਿਹੜਾ ਸੀਗਾ ਮੁਸਲਮਾਨਾਂ ਦੀ ਆਬਾਦੀ ਨੂੰ ਘੱਟ ਕਰਤਾ, ਤੇ ਸਾਡੀ ਜਿਹੜੀ ਗੈਰ ਮੁਸਲਮਾਨ ਆਬਾਦੀ ਸੀਗੀ ਉਹਨੂੰ ਵੱਧ ਕੁਝ ਪੁਆਇੰਟ ਵੱਧ ਗਏ। ਇਸ ਕਰਕੇ ਉਹ ਜਿਹੜਾ ਸੀਗਾ ਗੁਰਦਾਸਪੁਰ ਜ਼ਿਲ੍ਹਾ ਜਿਹੜਾ ਆ ਉਹ ਹਿੰਦੁਸਤਾਨ ਵਿੱਚ ਰਹਿ ਗਿਆ। ਪਰ ਸਕਰਗੜ੍ਹ ਤਹਿਸੀਲ ਕਿਉਂਕਿ ਉਹਦਾ ਜਿਹੜੀ ਆਬਾਦੀ ਮੁਸਲਮਾਨਾਂ ਦੀ ਵੱਧ ਸੀਗੀ, ਉਹ ਪਾਕਿਸਤਾਨ ਵਿੱਚ ਚਲੀ ਗਈ, ਤੇ 3 ਤਹਿਸੀਲਾਂ ਪਠਾਨਕੋਟ, ਬਟਾਲਾ ਤੇ ਗੁਰਦਾਸਪੁਰ ਜਿਹੜਾ ਸੀ ਗੁਰਦਾਸਪੁਰ ਜ਼ਿਲ੍ਹੇ ਦਾ, ਇਹ ਹਿੰਦੁਸਤਾਨ ਵਿੱਚ ਆ ਗਿਆ। ਉਹ ਸਾਰੀ ਅਸੀਂ ਸਮਝਦੇ ਹਾਂ ਕਿ ਉਹ ਇਹਨਾਂ ਦੀ ਮਿਹਨਤ ਸੀਗੀ ਜਿਹਦੇ ਉੱਪਰ ਸਾਰੀ ਬਹਿਸ ਹੋਈ। ਤੇ ਇਹ ਵੀ ਗੱਲ ਦੱਸਣਯੋਗ ਆ ਕਿ ਸਾਡੇ ਹਿੰਦੁਸਤਾਨ ਦੀ ਜਿਹੜੀ ਬਹਿਸ ਆ ਪੰਜਾਬ ਦੀ, ਇਹ ਗੁਰਦਾਸਪੁਰ ਜ਼ਿਲ੍ਹੇ 16 ਅਗਸਤ ਨੂੰ ਹੋਈ ਆ। 15 ਅਗਸਤ ਨੂੰ ਦੇਸ਼ ਆਜ਼ਾਦ ਹੋ ਗਿਆ, ਤੇ 15 ਅਗਸਤ ਨੂੰ ਰਾਤ ਨੂੰ ਗੁਰਦਾਸਪੁਰ ਡਿਸਟ੍ਰਿਕਟ ਜਿਹੜਾ ਪਾਕਿਸਤਾਨ ਵਿੱਚ ਚਲਾ ਗਿਆ ਸੀਗਾ। ਇੱਥੇ ਆਣ ਕੇ DC ਔਰ SSP ਔਰ ਵੱਡੇ ਅਫਸਰ ਜਿਹੜੇ ਸਾਰੇ ਸੀਗੇ, ਪੁਲਿਸ ਥਾਣਿਆਂ ਦੇ ਇੰਚਾਰਜ,
ਉਹ ਸਾਰੇ ਮੁਸਲਮਾਨ ਲਾਗੇ ਗਏ ਸੀ। ਹੂੰ 16 ਤਰੀਕ ਨੂੰ ਬਹਿਸ ਹੋਣ ਤੋਂ ਬਾਅਦ ਹੂੰ ਇਹ ਜਿਹੜਾ ਗੁਰਦਾਸਪੁਰ ਜ਼ਿਲ੍ਹਾ ਆ ਦੁਬਾਰਾ ਸਾਨੂੰ ਮਿਲਿਆ। ਹੂੰ ਠੀਕ ਹੈ। ਉਹ ਸਾਰੀ ਇਹਨਾਂ ਦੀ ਮਿਹਨਤ ਸੀ। ਹੂੰ ਜਿੱਦਾਂ ਇਹਨਾਂ ਨੇ ਦੱਸਿਆ ਕਿ ਜ਼ਮੀਨ ਵਾਹੁੰਦੇ ਰਹੇ ਆ, ਹਲ ਵਾਹੁੰਦੇ ਰਹੇ ਆ, ਉਹ ਸਾਰੀਆਂ ਚੀਜ਼ਾਂ ਪੁਰਾਣੀਆਂ ਯਾਦਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹੇ ਹੋਣੇ ਆ। ਹਾਂਜੀ ਹਾਂਜੀ। ਜ਼ਮੀਨ ਵੀ ਗੁਰਦੁਆਰਾ ਸਾਹਿਬ ਦੇ ਨਾਮ ਤੇ ਖਾਸੀ ਜ਼ਮੀਨ ਵੀ ਹੈ, ਔਰ ਤੁਹਾਡਾ ਕੋਈ ਕੰਟੈਕਟ ਵੀ ਰਿਹਾ ਉਸ ਪਾਸੇ? ਤੁਸੀਂ ਵੀ ਕੰਟੈਕਟ, ਜਿੱਦਾਂ ਬਜ਼ੁਰਗ ਉੱਥੇ ਰਹੇ ਨੇ, ਨੌਕਰੀ ਕਰਦੇ ਰਹੇ ਨੇ? ਮੇਰਾ ਜਨਮ ਤੇ 1961 ਦਾ ਆ, ਹੂੰ ਇਸ ਕਰਕੇ ਸਾਡੀ ਤੇ ਉਹਨਾਂ ਨਾਲ ਕੋਈ ਲਿੰਕ ਨਹੀਂ ਬਣ ਸਕਿਆ। ਕਿਉਂਕਿ ਜੇ ਸਾਡਾ ਪਹਿਲਾਂ ਬਣਿਆ ਹੁੰਦਾ, ਕਿਤੇ ਛੋਟੇ ਹੁੰਦੇ ਉੱਥੇ ਰਹਿੰਦੇ ਹੁੰਦੇ, ਫਿਰ ਤਾਂ ਕੋਈ ਹੋ ਸਕਦਾ ਸੀਗਾ। ਸਾਡਾ ਇਸ ਕਰਕੇ ਕੋਈ ਲਿੰਕ ਨਹੀਂ ਬਣ ਸਕਿਆ, ਕਿਉਂਕਿ ਸਾਡਾ ਪਾਕਿਸਤਾਨ ਤੋਂ ਬਹੁਤ ਕਾਫੀ ਸਮਾਂ ਬਾਅਦ ਜਿਹੜਾ ਜਨਮਿਆ। ਹੂੰ ਤੁਹਾਨੂੰ ਕਿਸ ਤਰ੍ਹਾਂ ਲੱਗਦਾ, ਕਿਉਂਕਿ ਹਿੰਦੁਸਤਾਨ ਤੇ ਪਾਕਿਸਤਾਨ, ਭਾਰਤ ਤੇ ਪਾਕਿਸਤਾਨ ਦੇ ਜੋ ਆਪਸ ਦੇ ਸੰਬੰਧ ਆ, ਤਲਖੀ ਵਾਲੇ ਸੰਬੰਧ ਆ ਆਪਸ ਦੇ ਵਿੱਚ, ਪਰ ਫਿਰ ਵੀ ਇਹੋ ਜਿਹੇ ਹਾਲਾਤਾਂ ਦੇ ਵਿੱਚ ਵੀ ਕਰਤਾਰਪੁਰ ਸਾਹਿਬ ਜਾਣ ਵਾਸਤੇ ਲਾਂਘਾ ਖੁੱਲਿਆ, ਸੰਗਤਾਂ ਅਰਦਾਸਾਂ ਵੀ ਕਰਦੀਆਂ ਕਿ ਵਿਛੜੇ ਗੁਰਧਾਮਾਂ ਦੇ ਦਰਸ਼ਨ ਦਿਦਾਰਿਆਂ ਲਈ ਅਰਦਾਸਾਂ। ਤੁਹਾਨੂੰ ਲੱਗਦਾ ਕਿ ਉਹ ਅਰਦਾਸਾਂ ਪੂਰੀਆਂ ਹੋਈਆਂ ਨੇ? ਮੈਂ ਇਸ ਤੋਂ ਪਹਿਲਾਂ ਇੱਕ ਗੱਲ ਦੱਸ ਦੇਣੀ ਚਾਹੁੰਦਾ ਵੀ ਅੰਗਰੇਜ਼ ਨੂੰ ਅਸੀਂ ਬੜਾ ਕਹਿੰਦੇ ਆ ਵੀ ਅੰਗਰੇਜ਼ ਖਾਲਿਸਤਾਨ ਦੇਣਾ ਚਾਹੁੰਦਾ ਸੀ ਜੀ, ਅੰਗਰੇਜ਼ ਫਲਾਣਾ ਕੁਝ ਦੇਣਾ ਚਾਹੁੰਦਾ ਸੀਗਾ। ਉਹ ਬਿਲਕੁਲ ਗਲਤ ਹੈ। ਦੇਸ਼ ਦੀ ਵੰਡ ਦੇ ਵੇਲੇ, ਦੇਸ਼ ਦੇ ਆਜ਼ਾਦ ਕਰਾਉਣ ਦੇ ਵਿੱਚ ਸਭ ਤੋਂ ਵੱਧ ਕੁਰਬਾਨੀ, ਜਿਹੜੀ 82% ਕੁਰਬਾਨੀ ਆ, ਉਹ ਪੰਜਾਬੀਆਂ ਦੀ ਆ, ਸਿੱਖਾਂ ਦੀ ਆ। ਉਸ ਤੋਂ ਘੱਟ 14% ਜਿਹੜੀ ਕੁਰਬਾਨੀ ਹੈ ਬੰਗਾਲੀਆਂ ਦੀ ਆ, ਬੰਗਲਾਦੇਸ਼ ਵਾਲਿਆਂ ਦੀ, ਬੰਗਾਲੀਆਂ ਦੀ। ਅੰਗਰੇਜ਼ ਨੇ ਬਹੁਤ ਫਿਰਕੂ ਨਫ਼ਰਤ ਫੈਲਾ ਕੇ ਆਪਣੀ ਹਾਰ ਦਾ ਬਦਲਾ ਲੈਣ ਵਾਸਤੇ ਵੀ ਸਾਨੂੰ ਇਹ ਦੇਸ਼ ਆਜ਼ਾਦ ਕਰਨਾ ਪੈ ਰਿਹਾ, ਉਹ ਕਿਉਂਕਿ ਮਜਬੂਰੀ ਵਿੱਚ ਗਏ ਸੀਗੇ। ਉਹਨਾਂ ਨੇ ਪੰਜਾਬ ਔਰ ਬੰਗਾਲ ਨੂੰ ਹੀ ਵੰਡਿਆ। ਅੰਗਰੇਜ਼ ਨੇ ਸਿਰਫ ਪੰਜਾਬ ਔਰ ਬੰਗਾਲ ਨੂੰ ਵੰਡਿਆ। ਕਿ ਗੁਜਰਾਤ ਦਾ ਬਾਰਡਰ ਪਾਕਿਸਤਾਨ ਲੱਗਦਾ ਸੀ, ਉੱਥੇ ਉਹਨੇ ਕੋਈ ਗੱਲ ਨਹੀਂ ਕੀਤੀ। ਰਾਜਸਥਾਨ ਦਾ ਬਾਰਡਰ ਪਾਕਿਸਤਾਨ ਲੱਗਦਾ ਸੀ, ਉੱਥੇ ਕੋਈ ਗੱਲ ਨਹੀਂ ਕੀਤੀ। ਉਹਨੇ ਸਿਰਫ ਦੋਵਾਂ ਕੌਮਾਂ ਨੂੰ, ਬੰਗਾਲੀਆਂ ਨੂੰ ਜਿਹੜੇ ਜੁਝਾਰੂ ਸੀਗੇ ਤੇ ਪੰਜਾਬੀਆਂ ਨੂੰ ਸਜ਼ਾ ਦੇਣ ਵਾਸਤੇ ਜਿਹੜਾ ਵੰਡਿਆ ਆ। ਤੇ ਪੰਜਾਬ ਦੇ ਜਿਹੜੇ ਲੱਖਾਂ ਕਤਲੇਆਮ ਜਿਹੜੇ ਸਿੱਖਾਂ ਦੀ, ਤੇ ਮੈਂ ਗੱਲ ਨਹੀਂ ਕਰਦਾ, ਪੰਜਾਬੀ ਜਿਹੜੇ ਕਤਲੇਆਮ ਹੋਏ ਆ, ਇਹ ਅੰਗਰੇਜ਼, ਮੁਸਲਿਮ ਲੀਗ ਤੇ ਹਿੰਦੂ ਫਿਰਕਾ ਪ੍ਰਸਤ ਲੀਡਰ ਜਿਹੜੇ ਸੀਗੇ, ਉਹਨਾਂ ਕਰਕੇ ਜਿਹੜਾ ਹੋਇਆ ਆ। ਠੀਕ ਹੈ। ਮਤਲਬ ਸਾਨੂੰ ਇਹ ਸਜ਼ਾ ਮਿਲੀ ਹੈ, ਜਿਨ੍ਹਾਂ ਲੋਕਾਂ ਨੇ ਆਜ਼ਾਦੀ ਵਾਸਤੇ ਹਿੱਸਾ ਪਾਇਆ। ਇਹ 1947 ਦੀ ਸਭ ਸਜ਼ਾ ਉਹਨਾਂ ਨੇ ਦਵਾਈ ਹੈ। ਅੱਜ ਤਾਂ ਅਸੀਂ ਵਾਧੂ ਗੱਲਾਂ ਕਰ ਰਹੇ ਹਾਂ। ਤੁਹਾਨੂੰ ਕਿਸ ਤਰ੍ਹਾਂ ਲੱਗਿਆ ਵੀ ਜਦੋਂ ਲਾਂਘਾ ਖੁੱਲ ਗਿਆ ਉਸ ਤੋਂ ਬਾਅਦ, ਕਿਉਂਕਿ ਤੁਹਾਡੇ ਪਰਿਵਾਰ ਦਾ ਤਾਂ ਬੜਾ ਰਿਸ਼ਤਾ ਰਿਹਾ ਕਰਤਾਰਪੁਰ ਸਾਹਿਬ ਦੇ ਨਾਲ, ਬਜ਼ੁਰਗ ਉੱਥੇ ਨੌਕਰੀ ਕਰਦੇ ਰਹੇ ਨੇ, ਕਿਉਂਕਿ ਇਹਨਾਂ ਦੀਆਂ ਯਾਦਾਂ ਬਹੁਤ ਸਾਰੀਆਂ, ਜਿੱਦਾਂ ਦੱਸਿਆ ਕਿ ਜਿਹੜਾ ਗੁੰਬਦ ਦੇ ਉੱਪਰ ਸੋਨਾ ਲੱਗਿਆ, ਗੁੰਬਦ ਦੇ ਉੱਪਰ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਦੇ ਉੱਪਰ ਜੋ ਗੁੰਬਦ ਦੇ ਉੱਪਰ ਸੋਨਾ ਲੱਗਿਆ, ਉਹ ਵੀ ਇਹਨਾਂ ਦੇ ਸੁਪਰਵਿਜ਼ਨ ਦੇ ਵਿੱਚ ਲੱਗਿਆ। ਹਾਂ, ਇਹਨਾਂ ਦੱਸਣ ਮੁਤਾਬਕ ਜਿਹੜਾ ਸੀਗਾ, ਜਿੰਨਾ ਕਿਉਂਕਿ ਸਟੋਰ ਕੀਪਰ ਸੀਗੇ, ਜਿੰਨਾ ਵੀ ਸੋਨਾ ਉੱਥੇ ਆਉਣਾ ਸੀਗਾ, ਜੋ ਵੀ ਉੱਥੇ ਬਣਨਾ ਸੀਗਾ, ਸਟੋਰ ਕੀਪਰ ਦੇ ਅੰਡਰ ਹੁੰਦਾ। ਇਹਨਾਂ ਦੀ ਸੁਪਰਵਾਈਜ਼ਰ ਦੇ ਵਿੱਚ ਹੀ ਉਹ ਜਿਹੜਾ ਜਿੰਨਾ ਸੋਨਾ ਸੀਗਾ ਉਹ ਉੱਥੇ ਗੁੰਬਦ ਦੇ ਉੱਪਰ ਲੱਗਾ ਆ। ਤੇ ਉਹ ਸਾਨੂੰ ਖੁਸ਼ੀ ਆ ਵੀ ਇਹਨਾਂ ਨੇ ਇਮਾਨਦਾਰੀ ਨਾਲ ਜਿਹੜੀ ਆ ਸੇਵਾ ਨਿਭਾਈ ਆ, ਕਿਉਂਕਿ ਸੋਨੇ ਵਰਗੀ ਸੇਵਾ ਜਿਹੜੀ ਆ ਬੜੀ ਇਮਾਨਦਾਰ ਬੰਦਾ ਕੋਈ ਕਰ ਸਕਦਾ। ਤੇ ਸਾਨੂੰ ਖੁਸ਼ੀ ਆ ਵੀ ਅਸੀਂ, ਸਾਡੇ ਬਾਪ ਨੇ ਜਿਹੜੀ ਆ ਉੱਥੇ ਸੇਵਾ ਕੀਤੀ ਆ। ਨੌਕਰੀ ਕਿੱਦਾਂ ਮਿਲੀ ਸੀ ਇਹਨਾਂ ਨੂੰ? ਕਿਉਂਕਿ ਇੱਕ ਚਿੱਠੀ ਦਾ ਕਿੱਸਾ ਦੱਸ ਰਹੇ ਸੀ, ਬਹੁਤ ਸਾਰੀਆਂ ਚੀਜ਼ਾਂ ਮਿਸ ਕਰ ਗਏ, ਕਿਉਂਕਿ ਉਮਰ ਜ਼ਿਆਦਾ ਹੋ ਗਈ। 98 ਸਾਲ ਉਮਰ ਬਹੁਤ ਹੁੰਦੀ ਹੈ। 98 ਸਾਲ ਦੀ ਉਮਰ ਯਾਦਦਾਸ਼ਤ ਤਾਂ ਚਲੋ ਹੈਗੀ ਆ, ਪਰ ਸੁਣਦਾ ਬਹੁਤ ਉੱਚਾ, ਚੀਜ਼ਾਂ ਸਮਝਣ ਵਾਸਤੇ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ। 2-2 4-4 ਵਾਰ ਕਹੀਆਂ ਤਾਂ, ਪਰ ਉਹ ਪ੍ਰੋਪਰ ਚੀਜ਼ਾਂ ਦੱਸ ਨਹੀਂ ਸਕੇ। ਪਰ ਉਹ ਨੌਕਰੀ ਦਾ ਜਿਹੜਾ ਕਿੱਸਾ ਸੀਗਾ, ਉਹ ਜ਼ਰੂਰ ਮੈਂ ਚਾਹੂੰਗਾ ਕਿ ਸਾਂਝਾ ਕਰ ਦਿਓ ਕਿ ਨੌਕਰੀ ਇਹਨਾਂ ਨੂੰ ਕਿਸ ਤਰ੍ਹਾਂ ਮਿਲੀ ਸੀ। ਇਹਨਾਂ ਨੂੰ ਨੌਕਰੀ ਦਾ, ਜਦੋਂ ਇਹਨਾਂ ਨੇ 10ਵੀਂ ਕੀਤੀ ਹੈ, ਇਹ ਆਪਣੇ ਸਕੂਲ ਵਿੱਚ ਫਸਟ ਆਏ। ਘਰ ਦੇ ਵਿੱਚ ਗਰੀਬੀ ਰੱਜ ਕੇ ਸੀ ਜੀ, ਇਹ 'ਚ ਕੋਈ ਸੱਚ ਨਹੀਂ, ਕਿਉਂਕਿ ਸਾਡੀ ਸਾਰੀ ਜ਼ਮੀਨ 1857 ਦੇ ਗਦਰ ਵਿੱਚ ਅੰਗਰੇਜ਼ ਦੇ ਖਿਲਾਫ ਬਗਾਵਤ ਕਰਨ ਕਰਕੇ ਜ਼ਬਤ ਹੋ ਗਈ ਸੀਗੀ। ਇੱਕ ਸਾਡੀ ਇੱਕ ਢੀਂਡਸਿਆਂ ਤੋਂ ਸੀਗੇ ਸਰਦਾਰ ਦਲ ਸਿੰਘ, ਦਵਾ ਘਰਾਂ ਦੀ ਸਾਡੀ ਜਿਹੜੀ ਆ ਜ਼ਮੀਨ ਸਾਰੀ ਜ਼ਬਤ ਹੋ ਗਈ ਸੀਗੀ। ਸਾਡੇ ਕੋਲ ਉਸ ਤੋਂ ਬਾਅਦ ਜਦੋਂ ਜਾਇਦਾਦ ਨਾ ਰਹੀ ਹੋਵੇ, ਤੇ ਗਰੀਬੀ ਦੀ ਵੀ ਅਖੀਰ ਸੀਗੀ। ਫਿਰ ਵੀ ਇਹਨਾਂ ਦਾ ਜਿਹੜਾ ਨਾ ਸ਼ੁਰੂ ਤੋਂ ਹੀ ਲੈ ਕੇ ਬੜਾ ਵਧੀਆ ਪੜ੍ਹਾਈ ਦੇ ਵਿੱਚ ਇਹਨਾਂ ਦਾ ਸੀਗਾ। ਇਹ ਸਕੂਲ ਤੋਂ ਜਦੋਂ ਫਸਟ ਆਏ, ਸਾਡੇ ਦਾਦਾ ਜੀ ਉਦੋਂ ਗੁਰਦੁਆਰਾ ਬੁਰਜ ਸਾਹਿਬ ਧਾਰੀਵਾਲ ਦੇ ਪ੍ਰਧਾਨ ਸਨ ਜੀ, ਤੇ ਉਦੋਂ ਇਹ ਮੰਗੇ ਹੋਏ ਸਨ। ਤੇ ਸਾਡੇ ਨਾਨਾ ਜੀ ਸਰਦਾਰ ਦਲੀਪ ਸਿੰਘ ਖੁਸ਼ੀਪੁਰ, ਜਿਨ੍ਹਾਂ ਨੇ ਡੇਰਾ ਸਾਹਿਬ ਲਾਹੌਰ ਆਪ ਉੱਥੇ ਡੁਰਲੀ ਜੱਥਾ ਖੜ ਕੇ ਅੰਗਰੇਜ਼ ਮੁਸਲਮਾਨਾਂ ਦਾ ਢਾਉਣ ਤੋਂ ਬਚਾਇਆ ਸੀਗਾ, ਉਹਨਾਂ ਦਾ ਬੜਾ ਨਾਂ ਸੀਗਾ। ਤੇ ਉਹ ਗੁਰਦੁਆਰਾ ਡੇਰਾ ਬਾਬਾ ਨਾਨਕ ਦੇ ਪ੍ਰਧਾਨ ਸਨ ਜੀ। ਗੁਰਦੁਆਰਾ ਹੋਠੀਆਂ ਸਾਹਿਬ ਅਕਾਲੀ ਦਲ ਦੀ ਮੀਟਿੰਗ ਸੀਗੀ, ਜੋ ਇਹ ਦੱਸਦੇ ਰਹੇ ਨੇ। ਕਹਿੰਦੇ ਮੈਂ ਆਪਣੇ ਪਿਤਾ ਜੀ ਨਾਲ 10ਵੀਂ ਕਰਨ ਤੋਂ ਬਾਅਦ ਉੱਥੇ ਗਿਆ, ਤੇ ਸਾਨੂੰ ਬਹੁਤ ਸਾਰੀਆਂ ਵਧਾਈਆਂ ਮਿਲੀਆਂ। ਭਾਈ ਲਛਮਣ ਸਿੰਘ ਦਾ ਬੇਟਾ ਹਰਬੰਸ ਸਿੰਘ ਜਿਹੜਾ ਆ ਫਸਟ ਆਇਆ ਸਕੂਲ ਚੋਂ। ਤੇ ਸਾਡੇ ਨਾਨਾ ਜੀ ਵੀ ਉੱਥੇ ਮੀਟਿੰਗ ਵਿੱਚ ਆਏ ਹੋਏ ਸਨ। ਉਹਨਾਂ ਨੇ
ਸਾਡੇ ਦਾਦਾ ਜੀ ਨੂੰ ਪੁੱਛਿਆ ਵੀ ਬੇਟੇ ਨੂੰ ਕਿੱਥੇ ਦਾਖਲ ਕਰਾਉਣਾ ਹੈ। ਜੀ। ਉਹਨਾਂ ਨੇ ਉਹ ਕਹਿੰਦੇ ਦਾਦਾ ਜੀ ਉਹਨਾਂ ਨੇ ਬੜੇ ਕਲੀਅਰ ਲਫ਼ਜ਼ਾਂ 'ਚ ਕਿਹਾ ਵੀ ਸਰਦਾਰ ਦਲੀਪ ਸਿੰਘ ਮੇਰੇ ਕੋਲ ਪੈਸੇ ਨਹੀਂ ਹੈਗੇ, ਮੈਂ ਇਹਨਾਂ ਨੂੰ ਦਾਖਲ ਨਹੀਂ ਕਰਾ ਸਕਦਾ। ਉਹਨਾਂ ਕਹਿੰਦੇ ਵੀ ਚਲੋ ਖਾਲਸਾ ਕਾਲਜ ਦਾਖਲ ਕਰਾਉਣ ਨਾ, ਫੀਸਾਂ ਮੈਂ ਦਿਆ ਕਰਾਂਗਾ। ਪਰ ਮੇਰੇ ਦਾਦਾ ਜੀ ਨਹੀਂ ਮੰਨੇ। ਉਹ ਕਹਿੰਦੇ ਵੀ ਨਹੀਂ, ਇਦਾਂ ਦੇ ਮੈਂ ਹਰ ਮਹੀਨੇ ਤੇਰੇ ਕੋਲ ਫੀਸ ਲੈਣ ਨਹੀਂ ਜਾ ਸਕਦਾ, ਕੁੜਮਾਚਾਰੀ ਆ। ਮੈਂ ਉੱਥੇ ਕੱਪੜੇ ਦੀ ਵੀ ਲੋੜ ਪੈਣੀ, ਉੱਥੇ ਰਹਿਣ ਦੀ ਵੀ ਲੋੜ ਪੈਣੀ, ਉੱਥੇ ਰੋਟੀ ਦੀ ਵੀ ਲੋੜ ਪੈਣੀ। ਇਸ ਕਰਕੇ ਮੈਂ ਇਹਨੂੰ ਨੌਕਰੀ ਕਰਾਉਣੀ ਆ, ਜੇ ਕੋਈ ਮਾੜੀ ਮੋਟੀ ਨੌਕਰੀ ਮਿਲ ਜਾਵੇ, ਕਿਉਂਕਿ ਘਰ 'ਚ ਗਰੀਬੀ ਜ਼ਿਆਦਾ ਹੈ। ਤਾਂ ਸਾਡੇ ਨਾਨਾ ਜੀ ਨੇ ਆਪਣੀ ਜੇਬ 'ਚੋਂ ਕੱਚੀ ਪੈਨਸਲ ਕੱਢੀ, ਉਹ ਨੋਟਬੁੱਕ ਵਿੱਚੋਂ ਵਰਕਾ ਪਾੜ ਕੇ ਇਹਨਾਂ ਨੂੰ ਇੱਕ ਰੁਕਾ ਲਿਖ ਦਿੱਤਾ ਜੀ ਵੀ ਤੁਸੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਚਲੇ ਜਾਓ, ਉੱਥੇ 2 ਪੋਸਟਾਂ ਖਾਲੀ ਨੇ, ਤੇ ਉੱਥੇ ਮੈਨੇਜਰ ਮੇਰਾ ਦੋਸਤ ਹੈ, ਉਹ ਤੁਹਾਨੂੰ ਰੱਖ ਲੈਣਗੇ। ਇਹ ਜਦੋਂ ਉੱਥੇ ਗਏ, ਇਹ ਅਗਲੇ ਦਿਨ ਹੀ ਉੱਥੇ ਚਲੇ ਗਏ। ਤੇ ਉੱਥੇ ਜਾ ਕੇ ਮੈਨੇਜਰ ਨੇ ਜਦੋਂ ਰੁਕਾ ਦਿੱਤਾ, ਮੈਨੇਜਰ ਨੇ ਕੋਈ ਸਵਾਲ ਕਰਨ ਤੋਂ ਬਾਅਦ ਇਹਨਾਂ ਨੂੰ ਜਿਹੜਾ ਹੈਗਾ ਉੱਥੇ ਨੌਕਰੀ ਬਤੌਰ ਸਟੋਰ ਕੀਪਰ ਦੇ ਦਿੱਤੀ। ਉੱਥੇ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ। ਇਹਨਾਂ ਨੇ ਇਕੱਲਾ ਸਟੋਰ ਕੀਪਰ ਤੱਕ ਨਹੀਂ ਰਿਹਾ, ਵਾਧੂ ਸਮੇਂ 'ਚ ਕਲਰਕੀ ਦਾ ਸਾਰਾ ਕੰਮ ਕਰ ਦਿੰਦੇ ਰਹੇ। ਤਾਂ ਅਗਲੇ ਮਹੀਨੇ 'ਚ ਹੀ ਇਹਨਾਂ ਦਾ ਜਿਹੜਾ ਹੈਗਾ ਸਟੋਰ ਕੀਪਰ ਕੰਮ ਕਲਰਕ ਬਣਾ ਕੇ ਇਹਨਾਂ ਨੂੰ ਤਨਖਾਹ ਵੀ ਡਿਊਟੀ ਕਰ ਦਿੱਤੀ ਗਈ ਇਹਨਾਂ ਦੀ। ਠੀਕ ਹੈ। ਤੇ ਇਹਨਾਂ ਨੇ ਬਹੁਤ ਵਧੀਆ ਉੱਥੇ ਜਿਹੜਾ ਇਹ ਕੰਮ ਨਿਭਾਇਆ। ਕਰੀਬ 3 ਸਾਲ ਦਾ ਸਮਾਂ ਗੁਜ਼ਾਰਿਆ ਇਹਨਾਂ ਨੇ ਉੱਥੇ, 2 ਸਾਲ ਦੇ ਕਰੀਬ ਦਾ ਸਮਾਂ ਇਹਨਾਂ ਨੇ ਉੱਥੇ ਗੁਜ਼ਾਰਿਆ। ਉਸ ਤੋਂ ਬਾਅਦ ਬਹੁਤ ਸਾਰੇ ਕੰਮ ਵੀ ਹੋਏ, ਜਿੱਦਾਂ ਇਹਨਾਂ ਨੇ ਦੱਸਿਆ ਕਿ ਉੱਥੇ ਕਾਫੀ ਚੀਜ਼ਾਂ ਹੋਈਆਂ, ਜੋ ਗੁੰਬਦ ਦੇ ਉੱਪਰ ਸੋਨੇ ਦੀ ਪਰਤ ਜੋ ਚੜ੍ਹਨੀ ਸੀ, ਔਰ ਉਹ ਚੀਜ਼ਾਂ ਵੀ ਇਹਨਾਂ ਦੇ ਸੁਪਰਵਿਜ਼ਨ ਦੇ ਵਿੱਚ ਹੀ ਹੋਈਆਂ। ਇਮਾਨਦਾਰੀ ਦੇ ਨਾਲ ਕੰਮ ਕੀਤਾ। ਫਿਰ ਵਾਪਸ ਆ ਗਏ, ਜਦੋਂ ਇਸ ਪਾਸੇ ਆ ਗਏ, ਫਿਰ ਉਹ ਤੋਂ ਅਖੀਰਲੀ ਵਾਰ ਜਦੋਂ ਗਏ ਆ, ਜਿੱਦਾਂ ਜ਼ਿਕਰ ਕਰ ਰਹੇ ਸੀਗੇ ਕਿ ਅਖੀਰਲੀ ਵਾਰ ਗਏ ਆ, ਹਥਿਆਰ ਵਗੈਰਾ ਦੇਣ ਵਾਸਤੇ ਗਏ ਆ ਵੀ ਗੁਰਦੁਆਰਾ ਸਾਹਿਬ ਜਿੰਨੇ ਵੀ ਸੀ ਉਧਰ, ਉਹਨਾਂ ਦੀ ਰਾਖੀ ਵਾਸਤੇ। ਉਹ ਚੀਜ਼ਾਂ ਕਿੱਥੋਂ ਲੈ ਕੇ ਗਏ ਫਿਰ? ਇਹ ਸਾਰੇ ਹੀ ਜਦੋਂ ਹਥਿਆਰ ਜਿਹੜੇ ਸੀਗੇ ਉਹ ਗੈਰ ਕਾਨੂੰਨੀ ਇਕੱਠੇ ਕਰਨੇ ਸੀਗੇ, ਕਿਉਂਕਿ ਕਾਨੂੰਨ ਦੇ ਮੁਤਾਬਕ ਤਾਂ ਇਕੱਠੇ ਕਰ ਨਹੀਂ ਸਕਦੇ ਸੀਗੇ। ਇਹਨਾਂ ਨੇ ਸੂਬਾ ਸਰਹੱਦ ਜੋ ਚੋਰੀ ਭੇਸ ਬਦਲ ਕੇ ਪਠਾਨ ਦੀ ਸ਼ਕਲ ਵਿੱਚ ਜਾ ਕੇ ਉੱਥੋਂ ਹਥਿਆਰ ਲਿਆ ਕੇ ਇੱਥੇ ਇਕੱਲੇ ਕਰਤਾਰਪੁਰ ਸਾਹਿਬ ਹੀ ਨਹੀਂ, ਸਾਡੇ ਲੋਕਲ ਗੁਰਦੁਆਰਾ ਬੁਰਜ ਸਾਹਿਬ ਵਿੱਚ ਵੀ ਦਿੱਤੇ, ਗੁਰਦੁਆਰਾ ਡੇਰਾ ਬਾਬਾ ਨਾਨਕ ਵੀ ਦਿੱਤੇ। ਇਸ ਤਰ੍ਹਾਂ ਜਿਹੜੇ ਇਤਿਹਾਸਕ ਉੱਥੇ ਤੇ ਹਮਲਾ ਹੋ ਸਕਦਾ ਸੀਗਾ, ਉੱਥੇ ਸਾਰੇ ਗੁਰਦੁਆਰਿਆਂ ਦੀ ਰੱਖਿਆ ਕਰਦੇ ਰਹੇ। ਜਿਨ੍ਹਾਂ ਪਿੰਡਾਂ ਵਿੱਚ ਮੁਸਲਮਾਨਾਂ ਦਾ ਜ਼ੋਰ ਸੀਗਾ, ਉੱਥੇ ਪਿੰਡਾਂ ਦੇ ਸਰਦਾਰਾਂ ਨੂੰ ਵੀ ਜਾ ਕੇ ਹਥਿਆਰ ਦਿੰਦੇ ਰਹੇ। ਉਧਰਲੇ ਹੁਣ ਹਾਲਾਤ ਕਿਹੋ ਜਿਹੇ ਦੇਖਦੇ ਹੋ ਤੁਸੀਂ? ਸੁਧਾਰ ਕਿੰਨਾ ਕੁ ਮੰਨਦੇ ਹੋ ਤੁਸੀਂ, ਜਾਂ ਹੋਰ ਕੰਮ ਹੋਣ ਵਾਲੇ ਮੰਨਦੇ ਹੋ ਤੁਸੀਂ? ਵੇਖੋ, ਸਿੱਖਾਂ ਦੀ ਅਰਦਾਸ ਆ ਵੀ ਜਿਹੜੇ ਵਿਛੜੇ ਗੁਰਧਾਮ ਨੇ ਜਿਹੜੇ ਸਾਡੇ ਕੋਲ, ਉਹ ਸਾਨੂੰ ਖੁੱਲੇ ਦਸਤਦਾਰ ਹੋਣ। ਅਸੀਂ ਚਾਹੁੰਦੇ ਹਾਂ ਵੀ ਇਹ ਬਾਰਡਰ ਖੁੱਲਾ ਹੋਵੇ, ਕਿਉਂਕਿ ਸਾਡਾ ਮੱਕਾ ਮਦੀਨਾ ਜਿਹੜਾ ਨਨਕਾਣਾ ਸਾਹਿਬ, ਉਹ ਪਾਕਿਸਤਾਨ 'ਚ ਰਹਿ ਗਿਆ। ਪੰਜਾ ਸਾਹਿਬ ਪਾਕਿਸਤਾਨ 'ਚ ਰਹਿ ਗਿਆ। ਗੁਰਦੁਆਰਾ ਸਾਹਿਬ ਜਾਣ ਲਈ, ਕਰਤਾਰਪੁਰ ਜਾਣ ਲਈ ਰਾਹ ਖੁੱਲ ਗਿਆ। ਸੰਗਤਾਂ ਤਾਂ ਅਰਦਾਸ ਵੀ ਕਰਦੀਆਂ ਕਿ ਨਨਕਾਣਾ ਸਾਹਿਬ ਜਾਣ ਲਈ ਵੀ ਰਸਤਾ ਖੁੱਲ ਜੇ, ਉਧਰਲੇ ਬਾਰਡਰ ਹੀ ਖੁੱਲ ਜੇ, ਕਿਉਂਕਿ ਪੰਜਾਬ ਤਾਂ ਇੱਕੋ ਹੀ ਹੈ। ਹਰ ਗੁਰਸਿੱਖ ਜਿਹੜਾ ਗੁਰੂ ਨਾਨਕ ਨਾਮ ਲੈਣ ਨਾਲ ਜੁੜਿਆ ਹੋਇਆ ਹੈ, ਉਹ ਹਰ ਬੰਦਾ ਦੁਨੀਆ ਦੇ ਕਿਸੇ ਕੋਨੇ ਤੇ ਬੈਠਾ ਹੈ, ਉਹਦਾ ਜੀਅ ਕਰਦਾ ਹੈ ਕਿ ਮੈਂ ਆਪਣੇ ਹਰ ਗੁਰਦੁਆਰੇ ਦੇ ਗੁਰਧਾਮ ਦੇ ਖੁੱਲੇ ਦਰਸ਼ਨ ਕਰਾਂ। ਇਸ ਕਰਕੇ ਸਾਨੂੰ ਨਨਕਾਣਾ ਸਾਹਿਬ ਸਾਡੀ ਰੂਹ ਆ। ਸਾਨੂੰ ਜੇ ਨਨਕਾਣਾ ਸਾਹਿਬ ਅੱਜ ਖੁੱਲ ਜਾਵੇ ਤਾਂ ਅਸੀਂ ਤੁਰ ਕੇ ਜਾਣ ਨੂੰ ਵੀ ਤਿਆਰ ਹਾਂ ਉੱਥੇ। ਬਜ਼ੁਰਗ ਜਦੋਂ ਪਹਿਲੀ ਵਾਰ ਗਏ ਸੀਗੇ, ਉਦੋਂ 35-40 ਕਿਲੋਮੀਟਰ ਦਾ ਸਫ਼ਰ ਪੈਦਲ ਹੀ ਤੈਅ ਕਰ ਲਿਆ ਸੀਗਾ ਇਹਨਾਂ ਨੇ? ਪੈਦਲ ਹੀ ਕਰਕੇ ਗਿਆ ਜੀ ਇੱਥੋਂ। 17 ਸਾਲ ਦੀ ਉਮਰ ਦੇ ਵਿੱਚ ਤਕਰੀਬਨ ਮੇਰਾ ਖਿਆਲ 35-40 ਨਹੀਂ, 45-46 ਕਿਲੋਮੀਟਰ ਪੈਣਾ ਹੋਊਗਾ ਜਿਹੜਾ ਤੁਰ ਕੇ ਗਏ ਨੇ ਪਹਿਲੀ ਰਾਤ। ਪਿੰਡ ਤੋਂ ਮਾਝੇ ਏਰੀਏ ਤੋਂ ਅਸੀਂ ਗੱਲ ਕਰੀਏ ਤਾਂ ਕਿੰਨੀ ਦੂਰ ਪੈ ਜਾਂਦਾ ਜੇ ਪੈਦਲ ਜਾਣਾ ਹੋਵੇ, ਜਾਂ ਵੈਸੇ ਵੀ ਕਿੰਨਾ ਡਿਸਟੈਂਸ ਹੈ ਇੱਥੋਂ ਕਰਤਾਰਪੁਰ ਸਾਹਿਬ ਦਾ? ਅੱਜ ਵੀ ਜਿਹੜਾ ਆ ਡਿਸਟੈਂਸ ਤਕਰੀਬਨ 40 ਕਿਲੋਮੀਟਰ ਤੋਂ 42-45 ਦੇ ਵਿੱਚ ਹੈਗੇ ਜੀ। ਅੱਖਾਂ ਤਰਸਦੀਆਂ ਨੇ ਦੇਖਣ ਵਾਸਤੇ ਕਿ ਦਰਸ਼ਨ ਦਿਦਾਰੇ ਹੋ ਜਾਣ। ਗੁਰੂ ਨਾਨਕ ਸਾਹਿਬ ਨੇ ਆਖਰੀ ਸਮਾਂ ਬਿਤਾਇਆ ਉਸ ਪਾਵਨ ਪਵਿੱਤਰ ਧਰਤੀ ਦੇ ਉੱਪਰ, ਪਰ ਕੰਡਿਆਲੀਆਂ ਤਾਰਾਂ ਵਿਛ ਗਈਆਂ ਜਦੋਂ 1947 ਤੋਂ ਬਾਅਦ। ਉਦੋਂ ਦੇ ਇਹਨਾਂ ਨੇ ਇਹ ਤਜਰਬੇ ਸਾਂਝੇ ਕਰਦੇ ਆ ਵੀ ਉਦੋਂ ਇਹਨਾਂ ਨੂੰ ਕਿਹੋ ਜਿਹਾ ਮਹਿਸੂਸ ਹੋਇਆ ਵੀ ਹੁਣ 1947 ਦੀ ਵੰਡ ਤੋਂ ਬਾਅਦ ਜਦੋਂ ਬਾਰਡਰ ਬਣ ਗਏ, ਫਿਰ ਚਲੋ ਖੈਰ ਸਰਹੱਦਾਂ ਤਾਂ ਬਾਅਦ ਵਿੱਚ ਬਣੀਆਂ, ਹੱਦਾਂ ਬਾਅਦ ਵਿੱਚ ਬਣੀਆਂ, ਪਰ ਲੋਕ ਆਉਂਦੇ ਜਾਂਦੇ ਰਹੇ। ਹੁਣ ਇੱਧਰ ਉੱਧਰ ਸਾਇਲੈਂਟ ਕਰ ਮੇਰੀ ਗੱਲ ਸੁਣੋ, ਕੁਐਸਚਨ ਦੁਬਾਰਾ ਕਰ ਲਿਓ, ਇਹਨੂੰ ਕਰ ਦਿਓ। ਮੈਂ ਕਮੈਂਟ ਕਰਦਾ ਕਰ ਲਓ ਜੀ। ਹਾਂ ਪਰ ਜੀ ਮੈਂ ਪਿੰਡ ਬਾਅਦ ਚ ਆਉਣਾ, ਤਾਂ ਕੋਈ ਫੋਨ ਨਾ ਕਰੀ, ਮੈਂ ਵਿੱਚ ਚੱਲਣ ਦੇ ਇੰਟਰਵਿਊ ਜੀ। ਓਕੇ ਓਕੇ। ਮੈਨੂੰ ਛੁੱਟੀ ਕਿਉਂ ਨਹੀਂ ਦਿੰਦੇ? ਸਿਰਫ 5 ਮਿੰਟ ਹੋਰ ਜੀ, ਲਾਸਟ 5 ਮਿੰਟ। 5 ਮਿੰਟ, ਸਿਰਫ 5 ਮਿੰਟ। ਬਾਪੂ ਜੀ ਨੂੰ ਕਹਿ ਦਿਓ ਕਿ ਇੱਕ ਗੱਲ ਪੁੱਛਣੀ ਹੈ ਤੁਹਾਡੇ ਤੋਂ ਹੋਰ। ਮੈਂ ਤੇ ਐਸੇ ਰੋਟੀ ਖਾ ਕੋਈ ਗੱਲ ਨਹੀਂ ਤਾਂ ਕਿ 5 ਮਿੰਟ ਲੇਟ ਖਾ ਲਿਓ ਅੱਜ। ਹਾਂਜੀ। ਤੇ ਇੱਕ ਗੱਲ ਹੋਰ ਮੈਂ ਪੁੱਛ ਰਿਹਾ ਸੀ ਤੁਹਾਡੇ ਕੋਲੋਂ ਕਿ
ਕਰਤਾਰਪੁਰ ਸਾਹਿਬ ਜਾਣ ਵਾਸਤੇ ਤਾਂ ਲਾਂਘਾ ਖੁੱਲ ਗਿਆ, ਨਨਕਾਣਾ ਸਾਹਿਬ ਵਾਸਤੇ ਵੀ ਸੰਗਤਾਂ ਦਰਸ਼ਨ ਦਿਦਾਰੇ ਕਰ ਰਹੀਆਂ ਨੇ। ਇਹ ਚੀਜ਼ਾਂ ਲਾਂਘਾ ਖੁੱਲਦਾ ਤਾਂ ਜਾਂ ਹੋਰ ਸੰਗਤਾਂ ਅਰਦਾਸਾਂ ਕਰਦੀਆਂ ਕਿ ਲੰਬੇ ਸਮੇਂ ਤੋਂ ਸੰਗਤਾਂ ਅਰਦਾਸਾਂ ਤਾਂ ਕਰ ਹੀ ਰਹੀਆਂ, ਇੱਕ ਅਰਦਾਸ ਤਾਂ ਪੂਰੀ ਹੋਈ ਆ, ਲੱਗਦਾ ਕਦੇ ਇਹ ਅਰਦਾਸ ਵੀ ਪੂਰੀ ਹੋ ਜੂਗੀ? ਇਸ ਤਰ੍ਹਾਂ ਦੇ ਤਜਰਬੇ ਬਾਪੂ ਜੀ ਹੁਣੀ ਸਾਂਝੇ ਕਰਦੇ ਹੋਣੇ, ਕਦੇ ਵੀ ਕਿਸ ਤਰ੍ਹਾਂ ਜਾਣਾ ਚਾਹੁੰਦੇ ਨੇ? ਵੇਖੋ ਇਹ ਦੁਨੀਆ ਦੇ ਹਾਲਾਤ ਬਦਲਦੇ ਨੇ ਪੋਲਿਟਿਕਸ ਦੇ ਮੁਤਾਬਕ। ਇੱਕ ਜੇ ਕੋਈ ਇੱਕ ਸੋਚ ਹੀ ਨਹੀਂ ਸਕਦੇ ਵੀ ਕਰਤਾਰਪੁਰ ਦਾ ਲਾਂਘਾ ਖੁੱਲ ਜਾਊਗਾ, ਉਹ ਖੁੱਲ ਗਿਆ। ਦੋਵਾਂ ਦੇਸ਼ਾਂ ਦੀ ਮਜਬੂਰੀ ਸੀਗੀ, ਕਿਉਂਕਿ ਸਿੱਖ ਸੰਗਤ ਦਾ ਦਬਾਅ ਸੀਗਾ, ਸਿੱਖ ਸੰਗਤਾਂ ਦੀਆਂ ਜਿਹੜੀਆਂ ਅਰਦਾਸਾਂ ਸੀ ਉਹ ਪੂਰੀਆਂ ਹੋਣੀਆਂ ਹੀ ਹੋਣੀਆਂ। ਇਸ ਕਰਕੇ ਅਸੀਂ ਤਾਂ ਚਾਹੁੰਦੇ ਹਾਂ ਅੱਜ ਵੀ ਸਾਰਾ ਜਿਹੜਾ ਬਾਰਡਰ ਖੋਲ੍ਹ ਦਿੱਤਾ ਜਾਵੇ ਤੇ ਅਸੀਂ ਖੁੱਲ੍ਹੇ ਦਰਸ਼ਨ ਜਿਹੜੇ ਕਰ ਸਕੀਏ, ਮੁਸਲਮਾਨ ਇੱਧਰ ਆਣ ਕੇ ਆਪਣੇ ਦਰਸ਼ਨ ਕਰ ਸਕਣ, ਅਸੀਂ ਉੱਧਰ ਜਾ ਕੇ ਕਰ ਸਕੀਏ। ਕਿਉਂਕਿ ਮੁਸਲਮਾਨਾਂ ਦੀ ਸਮਾਧ ਵੀ ਇੱਕ ਬਹੁਤ ਵੱਡਾ ਤੀਰਥ ਅਜਮੇਰ ਸ਼ਰੀਫ ਹੈ, ਨਹੀਂ ਇੱਥੇ ਵੀ ਡੇਰਾ ਬਾਬਾ ਨਾਨਕ ਬਾਰਡਰ ਦੇ ਬਿਲਕੁਲ ਕੋਲ 70 ਦੇ ਵਿੱਚ ਆ। ਡੇਰਾ ਬਾਬਾ ਨਾਨਕ ਦੇ ਪਿੰਡ ਦੇ ਕੋਲ ਇੱਕ ਬਿਲਕੁਲ 70 ਪਿੰਡ ਇੱਕ, ਉੱਥੇ ਵੀ ਉਹਨਾਂ ਦੀ ਬਹੁਤ ਵਧੀਆ ਇੱਕ ਉਹਨਾਂ ਦੀ ਮਸਜਿਦ ਆ ਜਿਹਨੂੰ ਉਹ ਬੜਾ ਧਾਰਮਿਕ ਤੌਰ ਤੇ ਮੰਨਦੇ ਆ, ਉਹਨਾਂ ਕਿਸੇ ਪੀਰ ਦੀ ਆ, ਉਹ ਵੀ ਉੱਥੇ ਆਉਣਾ ਚਾਹੁੰਦੇ। ਅਸੀਂ ਇਹ ਵੀ ਚਾਹੁੰਦੇ ਆ ਵੀ ਉਹਨਾਂ ਵਾਸਤੇ ਵੀ ਉਹ ਖੋਲ੍ਹ ਦਿੱਤਾ ਜਾਵੇ। ਕਿਉਂਕਿ ਜਿੰਨਾ ਕਿ ਕਰਤਾਰਪੁਰ ਹੈ ਰਾਵੀ ਤੋਂ ਪਾਰ, ਓਨਾ ਹੀ ਉਹ 70 ਪਿੰਡ ਆ ਰਾਵੀ ਤੋਂ ਉਰਲੇ ਪਾਸੇ, ਉਹਨਾਂ ਦਾ ਕੋਰੀਡੋਰ ਵੀ ਖੋਲ੍ਹਤਾ ਜਾਵੇ, ਬਣਾ ਦਿੱਤਾ ਜਾਵੇ, ਤਾਂ ਕਿ ਦੋਵਾਂ ਦੇਸ਼ਾਂ ਦਾ ਜਿਹੜਾ ਪਿਆਰ ਆ ਉਹ ਵਧੇ। ਜਿਹੜੀ ਫਿਰਕੂ ਨਫ਼ਰਤਾਂ ਜਿਹੜੀਆਂ ਸਾਡੀਆਂ ਫੈਲਾਈਆਂ ਗਈਆਂ ਨੇ। ਕਿਸ ਦਾ ਧੰਨਵਾਦ ਕਰੋਗੇ, ਨਰਿੰਦਰ ਮੋਦੀ ਦਾ ਕਿ ਇਮਰਾਨ ਖਾਨ ਦਾ, ਕਿ ਦੋਨਾਂ ਦਾ ਲਾਂਘਾ ਖੋਲ੍ਹਣ? ਮੈਂ ਧੰਨਵਾਦ ਤੇ ਇਮਰਾਨ ਖਾਨ ਦਾ ਜ਼ਿਆਦਾ ਕਰੂੰਗਾ, ਸਰਦਾਰ ਨਵਜੋਤ ਸਿੰਘ ਸਿੱਧੂ ਦਾ ਵੀ ਕਰੂੰਗਾ, ਕਿਉਂਕਿ ਨਰਿੰਦਰ ਮੋਦੀ ਉਹਨਾਂ ਦੇ ਮਜਬੂਰੀ 'ਚ ਜਦੋਂ ਸਿੱਖ ਸੰਗਤਾਂ ਦਾ ਪ੍ਰਭਾਵ ਬਣ ਗਿਆ, ਜਦੋਂ ਪਾਕਿਸਤਾਨ ਨੇ ਖੋਲ੍ਹ ਦੇਤੀ ਵੀ ਖੋਲ੍ਹਣ ਨੂੰ ਤਿਆਰ ਆ, ਇਹਨਾਂ ਨੇ ਮਜਬੂਰੀ ਵਸ ਕੀਤਾ। ਪਰ ਅਸੀਂ ਦੋਵਾਂ ਦੇਸ਼ਾਂ ਦਾ ਹੀ ਧੰਨਵਾਦ ਕਰਦੇ ਹਾਂ ਵੀ ਸਾਨੂੰ ਬੜੀ ਖੁਸ਼ੀ ਆ ਵੀ ਚਲੋ ਇੱਕ ਅਰਦਾਸ ਸਾਡੀ ਪੂਰੀ ਹੋਈ। ਇਹ ਵੀ ਲੋਕ ਕਹਿੰਦੇ ਆ, ਪੋਲੀਟੀਕਲ ਬਿਆਨ ਵੀ ਆਉਂਦੇ ਰਹੇ ਆ ਜਦੋਂ ਕਰਤਾਰਪੁਰ ਸਾਹਿਬ ਲਈ ਕੋਰੀਡੋਰ ਖੁੱਲਿਆ, ਕਿ ਬਹੁਤ ਸਾਰੇ ਲੋਕਾਂ ਨੇ ਇਹੋ ਜਿਹੇ ਬਿਆਨ ਵੀ ਦਿੱਤੇ ਕਿ ਅੱਤਵਾਦੀ ਗਤੀਵਿਧੀਆਂ ਨੂੰ ਵਧਾਉਣਾ ਚਾਹੁੰਦਾ ਪਾਕਿਸਤਾਨ ਇਸ ਕੋਰੀਡੋਰ ਦੇ ਜ਼ਰੀਏ। ਇਸ ਬਿਆਨ ਨੂੰ ਕਿਸ ਤਰ੍ਹਾਂ ਦੇਖਿਆ ਤੁਸੀਂ? ਨਹੀਂ ਵੇਖੋ, ਜੇ ਅੱਤਵਾਦ ਵਧਣਾ ਮੈਂ ਖੁੱਲਾ ਹੋਵੇ ਤਾਂ ਅੱਤਵਾਦ ਹੋਵੇ ਹੀ ਨਾ। ਤੁਸੀਂ ਜਿੰਨਾ ਵੀ ਕਿਸੇ ਚੀਜ਼ ਨੂੰ ਬੰਦ ਗਿਣੀ ਗਈਆਂ ਤੇ ਨੱਪ ਕੇ ਰੱਖੋਗੇ, ਉਹ ਨਹੀਂ ਉਹ ਬਾਹਰ ਖੁੱਲਣ ਦੀ ਕੋਸ਼ਿਸ਼ ਕਰੂਗੀ। ਤੁਸੀਂ ਦੋਵੇਂ ਦੇਸ਼ਾਂ ਦੀ ਲਾਂਘਾ ਖੋਲ ਦਿਓਗੇ, ਅੱਤਵਾਦ ਹੋਵੇ ਹੀ ਨਾ। ये रहा मेरे स्वाद का साथी, वावा ब्रांड मसाले। बावा ब्रांड मसाले, स्वाद जो रह जाए याद।